सत श्री अकाल दोस्तों, मैं नवरीत सिविया टीवी पंजाब के प्रोग्राम पंजाब स्पीकिंग तुहाडा स्वागत करदा। बचपन तो लैके वड्डे होण तक सानू यही घरे सिखाया जाता है कि पुत फलानी चीज़ नूं ना हथ लाई, वो च करंट आ, वो करंट मारूगी। पर अज जिस थां ते आए हैं, जिस इंसान ने ये सारी चीज़ बनाई है, उस इंसान नूं बिजली ना प्यार है। गल सुन के थोड़ी अजीब भी लगती है, पर ਜਦੋਂ ਤੁਸੀਂ ਇਹ ਸ਼ੋਅ ਪੂਰਾ ਦੇਖੋਗੇ ਤੁਹਾਨੂੰ ਪਤਾ ਲੱਗ ਜੂਗਾ ਕਿ ਉਸ ਇਨਸਾਨ ਤੇ ਬਿਜਲੀ ਨਾਲ ਪਿਆਰ ਨੇ ਕਿੰਨਾ ਕੁਝ ਬਦਲਤਾ ਤੇ ਕਿੰਨਾ ਕੁਝ ਬਦਲਣ ਜਾ ਰਿਹਾ। ਕਿਉਂਕਿ ਇਸ ਸਮੇਂ ਜੇ ਤੁਸੀਂ ਦੇਖੋਗੇ ਜਿਹੜੇ ਨਾਲ ਵਿਦਿਆਰਥੀ ਬੈਠੇ ਆ ਸਾਡੇ, ਇਹ ਸਾਰੇ ਵਿਦਿਆਰਥੀਆਂ ਨੇ ਅੱਗੇ ਜਾ ਕੇ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਬਦਲਣਾ, ਕਿਉਂਕਿ ਇਹਨਾਂ ਅੰਦਰ ਵੀ ਉਹੀ ਬਿਜਲੀ ਦੇ ਪ੍ਰਤੀ ਪਿਆਰ ਪੈਦਾ ਕੀਤਾ ਜਾ ਰਿਹਾ। ਇੱਥੇ ਆ ਕੇ ਬੱਚੇ ਪੜ੍ਹ ਰਹੇ ਆ, बहुत घट समय ਦੇ ਵਿੱਚ बहुत ज़्यादा सिक्ख्या हासिल कर रहे हैं, क्योंकि प्रैक्टिकल दिखाया जाता है। सीधियां प्रैक्टिकल चीज़ां उन्होंने सिखाईਆਂ ਜਾਂਦੀਆਂ, सिर्फ कलियां किताबां तक सीमित नहीं किया जाता। ਜਦੋਂ कोई प्रैक्टिकल ਦੇ ਵਿੱਚ गल अड़ जे बिल्कुल, उदों फिर किताबां वाल थोड़ा इल्जाया जाता है, नहीं तो सारा प्रैक्टिकल है जिहड़ा वो उन्हां दी जिंदगी दे विच भी अजिही कोशिश की जाती है। सो इहो जिहा अदारा कौन बना सकता है? जे मैं तुहानूं कहां मैं जिथे खड़ा हां, उस थां की गिनती, उस लैब की गिनती इंडिया दियां बैस्ट लैब्स दे विच आउंदी है। तुसीं यकीन करोगे, मैं धूरी च खड़ा, धूरी पंजाब दा एक कस्बा ते धूरी दे भी अगे एक पिंड है। उस पिंड दे विच लैब बनी हुई है जिथे काफ़ी विद्यार्थी आके सिक्ख्या हासिल कर रहे हैं, कई विद्यार्थी काम भी कर रहे हैं अगे जाके वख-वख खेत्रां दे विच। सो ये सारा कंसैप्ट की है, क्यों इत्थे इन्नियां मशीनां, क्यों बिजली दे नाल किसी नूं प्यार है? ये सारियां गल्लां समझणीआं तां सानूं मिलना पवेगा जय सिंह धूरी दे नाल, जिन्हां तो असीं ये सारियां गल्लां समझण दी कोशिश करांगे। सत श्री अकाल जी। आपां नूं थोड़ा खड़े हो के करनी पऊगी गल, क्योंकि तुहाडी लैब आ ते आपां नूं घुम्मणा पैना काफ़ी, ते घुम्मदे घुम्मदे आपां गल्लां करदे हां तुहाडे नाल। मैं शब्द वरतिया भी बिजली दे नाल प्यार है जी जनाब, वो तो आऊँगा, मैनूं थोड़ा वो तो पहला मैं होर सवाल कर ला, ठीक है? मतलब बहुत लोगों को अजीब लग्या होगा, पर वो तो पहला जो बुनियादी एक सवाल जो लोगों को ये दस गई भी क्यों ये थां इंडिया दे विच गिनती दीयां थावां दे विच कोई पहली या दूजी थां ते आ रही है जिस दे विच इन्ना ज़्यादा मतलब प्रैक्टिकल करवाया जाता है? क्योंकि ये पिछे जो कारण है इस लैब नूं बनाउण पिछे भी जां इहदे नवेकले होण दा कारण ਤਾਂ ਅਸੀਂ ਮਹਿਸੂਸ ਕੀਤਾ, ਕਿਉਂਕਿ ਅਸੀਂ ਰੋਜ਼ ਇੰਡਸਟਰੀਆਂ ਨੂੰ ਫੇਸ ਕਰਦੇ ਹਾਂ ਵੀ ਜਗ੍ਹਾ ਜਗ੍ਹਾ 'ਤੇ ਜਿਹੜੇ ਨਵੇਂ ਬੱਚੇ ਆਉਂਦੇ ਨੇ ਉਹਨਾਂ ਨੂੰ ਇਹਨਾਂ ਲਾਈਨਾਂ ਬਾਰੇ ਕੁਝ ਵੀ ਪ੍ਰੈਕਟੀਕਲੀ ਕਲੀਅਰ ਨਹੀਂ ਹੈ। ਜਦੋਂ ਉਹਨਾਂ ਨੂੰ ਅਸੀਂ ਪੁੱਛਦੇ ਹਾਂ, ਕਿਸੇ ਨੇ ਬੀਟੈਕ ਕੀਤੀ ਹੈ, ਐਮਟੈਕ ਕੀਤੀ ਹੈ, ਉਹ ਕਹਿੰਦੇ ਵੀ ਸਾਨੂੰ ਪ੍ਰੈਕਟੀਕਲੀ ਇਸ ਚੀਜ਼ ਬਾਰੇ ਕੋਈ ਪਤਾ ਨਹੀਂ। ਹੁਣ ਰਹੀ ਗੱਲ ਨਾਲ ਉਸੇ ਮਕਸਦ ਨੂੰ ਰੱਖ ਕੇ ਅਸੀਂ ਇਹ ਵੱਡੀ ਲੈਬ ਬਣਾਈ। ਅਸੀਂ ਇੱਥੇ ਇੱਕੋ ਹੀ ਟਾਰਗੇਟ ਰੱਖਿਆ ਵੀ ਜੋ ਕਿਤਾਬਾਂ ਨੇ ਉਹ ਸਾਡੇ ਪੜ੍ਹੇ ਲਿਖਿਆਂ ਵਾਸਤੇ ਨੇ, ਨਾ ਕਿ ਨਵੇਂ ਬੱਚਿਆਂ ਵਾਸਤੇ। ਸਾਡਾ ਮਕਸਦ ਹੈ ਉਹ ਕਿਤਾਬਾਂ 'ਚੋਂ ਪੜ੍ਹੀਏ ਅਤੇ ਬੱਚਿਆਂ ਨੂੰ ਉਹਦੇ ਪ੍ਰੈਕਟੀਕਲ ਹੀ ਅਸੀਂ ਫੇਸ ਕਰਵਾਈਏ। ਕੀ ਕੁਛ ਪ੍ਰੈਕਟੀਕਲ ਕਰਵਾ ਰਹੇ ਹੋ ਤੁਸੀਂ? ਵੈਸੇ ਤਾਂ ਕੈਮਰਾਮੈਨ ਤੁਹਾਨੂੰ ਦਿਖਾਈ ਦੇਣਗੇ ਆਸੇ ਪਾਸੇ ਦਾ ਮਾਹੌਲ, ਕੀ ਕੁਛ ਕਰਾ ਰਹੇ ਹੋ ਇਹਦੇ ਵਿੱਚ? ਅਸੀਂ ਕਿਉਂਕਿ ਜੋ ਇਹ ਲੈਬ ਹੈ ਇਕੱਲੀ ਇਲੈਕਟ੍ਰੀਕਲ ਟ੍ਰੇਡ ਨਾਲ ਇਹ ਜ਼ਿਆਦਾਤਰ ਸੰਬੰਧਿਤ ਹੈ। ਇਸ ਦੇ ਵਿੱਚ ਅਸੀਂ ਹਾਊਸ ਵਾਇਰਿੰਗ ਤੋਂ ਲੈ ਕੇ ਸਾਡੇ ਬਿਜਲੀ ਦੇ ਗ੍ਰਿਡ, ਬਿਜਲੀ ਦੀਆਂ ਫੈਕਟਰੀਆਂ ਜਾਂ ਜਿੰਨਾ ਵੀ ਸਾਡਾ ਇਲੈਕਟ੍ਰੀਕਲ ਨਾਲ ਸੰਬੰਧਿਤ ਸਿਸਟਮ ਹੈ ਉਹ ਸਾਰੇ ਨਾਲ ਹੀ ਸੰਬੰਧਿਤ ਇੱਥੇ ਜਿਹੜੇ ਪ੍ਰੈਕਟੀਕਲ ਕਰਵਾਏ ਜਾਂਦੇ ਨੇ, ਇਨਕਲੂਡਿੰਗ ਜੋ ਵੱਡੀਆਂ ਲਾਈਨਾਂ ਨੇ ਸਾਡੀਆਂ 11 kV ਲਾਈਨ ਹੈ, 220 kV ਹੈ, ਉਹਦੇ ਵੀ ਅਸੀਂ ਇੱਥੇ ਬਕਾਇਦਾ ਪ੍ਰੈਕਟੀਕਲ ਸਾਰੇ। ਮੈਂ ਸੁਣਿਆ ਬੀਐਡ ਕਰਕੇ, ਸੌਰੀ ਬੀਟੈਕ ਕਰਕੇ ਹਾਂਜੀ ਤੁਹਾਡੇ ਤੋਂ ਬੱਚੇ ਟ੍ਰੇਨਿੰਗ ਲੈਂਦੇ ਆ, ਇਹੋ ਜਿਹੀ ਕੀ ਖਾਸੀਅਤ ਹੈ ਤੁਹਾਡੇ 'ਚ? ਨਹੀਂ, ਮੇਰੇ 'ਚ ਕੋਈ ਖਾਸੀਅਤ ਨਹੀਂ, ਮੇਰੇ ਸਿਰਫ ਇੱਕ ਹੱਥਾਂ ਦਾ ਆਰਟ ਹੈ ਵੀ ਮੈਨੂੰ ਇਸ ਚੀਜ਼ ਬਾਰੇ ਫਿਜ਼ੀਕਲੀ ਪਤਾ ਹੈ। ਕਾਰਨ ਕੀ ਹੈ ਉਹਦਾ ਕਿ ਉਹਨਾਂ ਨੂੰ ਪੜ੍ਹਾਇਆ ਨਹੀਂ ਜਾਂਦਾ? ਇਹ ਨਹੀਂ, ਮੈਂ ਖੈਰ ਉਹਨਾਂ ਦੇ ਵਾਸਤੇ ਕੋਈ ਨੈਗੇਟਿਵ ਕਮੈਂਟ ਤਾਂ ਨਹੀਂ ਕਰੂੰਗਾ। ਇਹ ਤਾਂ ਹੁਣ ਬੱਚੇ ਹੀ ਬਿਹਤਰ ਦੱਸ ਸਕਦੇ ਨੇ ਵੀ ਉਹਨਾਂ ਨੂੰ ਕਿਉਂ ਨਹੀਂ ਪੜ੍ਹਾਇਆ ਗਿਆ, ਜਾਂ ਉਹਨਾਂ ਨੇ ਪੜ੍ਹਿਆ ਨਹੀਂ, ਜਾਂ ਕਿਸੇ ਨੇ ਕੁਝ ਕਰਵਾਇਆ ਨਹੀਂ। ਪਰ ਮੈਂ ਤਾਂ ਮਹਿਸੂਸ ਕਰਦਾ ਵੀ ਮੇਰੇ ਕੋਲੇ ਬੀਟੈਕ ਐਮਟੈਕ ਬੱਚੇ ਜਦੋਂ ਵੀ ਆਉਂਦੇ ਨੇ ਤਾਂ ਉਹਨਾਂ ਦੀ ਪੋਜੀਸ਼ਨ ਜਿਹੜੀ ਬਿਲੋ 0 ਤੋਂ ਹੁੰਦੀ ਹੈ। ਤੁਸੀਂ ਜਿਹੜੀਆਂ ਤੁਹਾਨੂੰ ਲੱਗਦਾ ਵੀ ਮਸ਼ੀਨਾਂ ਸਾਡੇ ਲਈ ਜਾਣਨੀਆਂ, ਉਹਨਾਂ ਬਾਰੇ ਆਓ, ਸਾਨੂੰ ਜਾਣਕਾਰੀ ਦਿਓ, ਥੋੜ੍ਹਾ ਲੋਕਾਂ ਨੂੰ ਵੀ ਪਤਾ ਲੱਗੇ। ਹਾਂਜੀ, ਜਿੱਥੋਂ ਤੱਕ ਬਿਜਲੀ ਦੀ ਜਾਣਕਾਰੀ ਦੇ ਸੰਬੰਧ ਹੈ, ਬਿਜਲੀ ਦਾ ਜਿੱਥੋਂ ਤੱਕ ਅਸੀਂ ਹਾਊਸ ਵਾਇਰਿੰਗ ਦੀ ਗੱਲ ਕਰਦੇ ਹਾਂ, ਡੋਮੈਸਟਿਕ ਵਾਇਰਿੰਗ ਜਿਹਨੂੰ ਕਿਸੇ ਰੋਜ਼ਾਨਾ ਫੇਸ ਕਰਦੇ ਆ, ਤੇ ਰੋਜ਼ਾਨਾ ਹੀ ਹਜ਼ਾਰਾਂ ਇੱਥੇ ਜਿਹੜੇ ਐਕਸੀਡੈਂਟ ਹੁੰਦੇ ਨੇ ਘਰਾਂ ਦੇ ਵਿੱਚ। ਬਹੁਤ ਸਾਰੇ ਲੋਕ ਆਪਦਾ ਘਰੇਲੂ ਨੁਕਸਾਨ, ਕਮਰਸ਼ੀਅਲ ਨੁਕਸਾਨ ਕਹਿ ਲਈਏ, ਜਾਂ ਜਾਨੀ ਨੁਕਸਾਨ ਵੀ ਕਰਾ ਲੈਂਦੇ ਨੇ।
ਉਹਨਾਂ ਨਾਲ ਰਿਲੇਟਡ ਅਸੀਂ ਇੱਥੇ ਸਾਰੇ ਪ੍ਰੈਕਟੀਕਲ ਚੈੱਕ ਕਰਾਉਂਦੇ ਆ ਵੀ ਕਿੰਨੀ ਹੱਦ ਤੱਕ ਬਿਜਲੀ ਸੇਫ ਹੈ, ਕਿੱਥੋਂ ਅੱਗੇ ਅਨਸੇਫ ਸ਼ੁਰੂ ਹੁੰਦੀ ਹੈ, ਕੀ ਉਹਦੀਆਂ ਪ੍ਰੋਟੈਕਸ਼ਨ ਵਰਤਣੀਆਂ ਚਾਹੀਦੀਆਂ ਨੇ, ਕੀ ਘਰਾਂ 'ਚ ਲਗਾਉਣਾ ਚਾਹੀਦਾ ਹੈ, ਜਾਂ ਕੁਝ ਘਰਾਂ 'ਚ ਲੱਗ ਰਿਹਾ ਉਹ ਗਲਤ ਕਿੱਥੇ ਹੈ ਤੇ ਸਹੀ ਕੀ ਹੈ। ਅਸੀਂ ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਹਾਂ, ਪਰ ਜਿਹੜੀ ਤੁਸੀਂ ਵੀ ਦੱਸ ਰਹੇ ਹੋ ਤੁਸੀਂ ਸਾਨੂੰ ਥਿਊਰੀ ਦੱਸੀ ਜਾਂਦੇ ਹੋ। ਹਾਂਜੀ, ਤੁਸੀਂ ਨਹੀਂ ਪ੍ਰੈਕਟੀਕਲ ਕੋਈ ਗੱਲ ਨਹੀਂ, ਬਿਲਕੁਲ ਪ੍ਰੈਕਟੀਕਲ ਦਿਖਾਇਆ ਜਾ ਸਕਦਾ। ਜਿਸ ਤਰ੍ਹਾਂ ਕਿ ਸਾਡੀਆਂ ਬੁੱਕਸ ਦੇ ਵਿੱਚ ਇੱਕ ਰਿਕਮੈਂਡੇਸ਼ਨ ਹੈ ਵੀ ਜਿਹੜੀ ਬਿਜਲੀ ਹੈ ਉਹ 90 ਵੋਲਟ ਤੱਕ ਸਾਡੀ ਸੇਫ ਹੈ, ਉਸ ਤੋਂ ਅੱਗੇ ਅਨਸੇਫ ਸ਼ੁਰੂ ਹੋ ਜਾਂਦੀ ਹੈ। ਉਹਦਾ ਤੁਸੀਂ ਪ੍ਰੈਕਟੀਕਲ ਚਾਹੋ, ਮੈਂ ਪ੍ਰੈਕਟੀਕਲ ਇੱਥੇ ਬੱਚੇ ਹੁਣ ਕਰਕੇ ਦੁਬਾਰਾ ਕਰਵਾ ਦੇਣੇ ਕਰਨਾ ਚਾਹਾਂਗੇ ਵੀ ਕਦੋਂ ਫਿਰ ਬਿਜਲੀ ਦਾ ਝਟਕਾ ਜਿਹੜਾ ਉਹ ਲੱਗਦਾ। ਹਾਂ, ਨਹੀਂ ਉਸ ਤੋਂ ਵੱਧ ਝਟਕਾ, ਯਾਨੀ ਕਿ ਜਦੋਂ ਅਸੀਂ ਇਹ ਝਟਕਾ ਸਾਰੇ ਬੱਚੇ ਖਾ ਕੇ ਦੇਖਦੇ ਨੇ, ਪਰ ਉਹ ਜਿਹੜਾ ਝਟਕਾ ਹੈ ਕੰਟਰੋਲਡ ਹੁੰਦਾ ਹੈ। ਅੱਛਾ, ਹਾਂ, ਉਹ ਇਸ ਕੋਈ ਬੇਹੂਦਾ ਤਰੀਕੇ ਨਾਲ ਝਟਕਾ ਨਹੀਂ ਦਿੱਤਾ ਜਾਂਦਾ ਵੀ ਕਿਸੇ ਦਾ ਕੋਈ ਜਾਨੀ ਨੁਕਸਾਨ ਹੀ ਖੜਾ ਹੋ ਜੇ, ਕੋਈ ਸਰੀਰਕ ਨੁਕਸਾਨ ਖੜਾ ਹੋ ਜੇ, ਐਸਾ ਨਹੀਂ ਹੈ। ਇੱਥੇ ਸਾਰਾ ਕੁਝ ਸਿਸਟਮ ਜਿਹੜਾ ਤੁਸੀਂ ਪਿੱਛੇ ਹੁਣ ਦੇਖ ਕੇ ਹਟੇ ਹੋ, ਇਹ ਸਾਰਾ ਸਿਸਟਮ ਕੰਟਰੋਲਡ ਹੈ। ਸੋ ਇਹ ਸਾਰੇ ਸਿਸਟਮ ਦਾ ਜਿਹੜਾ ਮੇਨ ਮਕਸਦ ਹੈ ਉਹ ਸਮਝਾਉਣਾ ਹੀ ਹੈ। ਇਹ ਸਿਰਫ ਸਮਝਾਉਣ ਵਾਸਤੇ ਹੈ, ਇਹ ਸਾਰਾ ਸੈਟਅਪ ਸਮਝਾਉਣ ਵਾਸਤੇ ਲੱਗਿਆ ਹੋਇਆ। ਤੇ ਇੱਥੇ ਆ ਹੁਣ ਵੀ ਪਹਿਲਾਂ ਪ੍ਰੈਕਟੀਕਲ ਜਸਟ 10 ਮਿੰਟ ਹੋ ਕੇ ਹਟਿਆ। ਇੱਥੇ ਹਰ ਕਿਸਮ ਦੇ ਇਲੈਕਟ੍ਰੀਕਲ ਪੈਰਾਮੀਟਰ ਸਾਨੂੰ ਡਿਸਪਲੇ ਹੁੰਦੇ ਨੇ। ਇਹਦੇ ਉੱਪਰ ਘੱਟੋ ਘੱਟ ਹਜ਼ਾਰਾਂ ਜਿਹੜਾ ਪ੍ਰੈਕਟੀਕਲ ਇਲੈਕਟ੍ਰੀਕਲ ਦਾ ਟੈਸਟ ਬੈਂਚ ਦੇ ਉੱਪਰ ਸਾਡਾ ਹੋ ਜਾਂਦਾ ਹੈ ਇਸ ਤੇ। ਹਾਂਜੀ, ਸਿਰਫ ਇੱਕ ਤੇ ਮਤਲਬ ਇਹਦੇ ਵਿੱਚ ਕਿਉਂਕਿ ਵੱਖਰੀ ਵੱਖਰੀ ਕਿਸਮ ਦੇ ਕਨਸੈਪਟ ਸਿਸਟਮ ਬਣੇ ਹੋਏ ਨੇ। ਇਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸਾਰਾ ਜਿਹੜਾ ਕੀਮਤੀ ਸਮਾਨ ਹੈ, ਬਹੁਤ ਸਾਰਾ ਮੈਂ ਚੀਜ਼ਾਂ ਵਿਦੇਸ਼ਾਂ ਤੋਂ ਵੀ ਮੰਗਵਾਈਆਂ ਇਸ ਕੰਮ ਲਈ। ਇੱਥੇ ਸਾਰਾ ਸਮਾਨ ਇਹਦੇ ਵਿੱਚ ਰੱਖਿਆ ਹੋਇਆ। ਅੱਛਾ, ਟੋਟਲ ਲੈਬ ਤੇ ਕਿੰਨੇ ਪੈਸੇ ਲੱਗੇ ਤੁਹਾਡੇ? ਟੋਟਲ ਲੈਬ ਤੇ ਜੀ ਅਸੀਂ ਸਮਝਦੇ ਹਾਂ ਵੀ ਸਾਡਾ ਕੋਈ 2.5 ਕਰੋੜ ਤੋਂ ਵੀ ਜ਼ਿਆਦਾ ਪੈਸਾ ਇਹਦੇ ਉੱਤੇ ਲੱਗ ਚੁੱਕਿਆ। ਇਸ ਤੋਂ ਪਹਿਲਾਂ ਇੱਕ ਪਿੰਡ ਦੇ ਵਿੱਚ ਲੈਬ ਬਣਾ ਕੇ? ਪਿੰਡ ਦੇ ਵਿੱਚ ਅਸੀਂ ਜੀ ਸਾਰੀ ਉਮਰ, ਮੈਂ ਇਕੱਲਾ ਨਹੀਂ ਹੈਗਾ, ਮੇਰੇ ਨਾਲ 20-25 ਜਨੂਨੀ ਹੋਰ ਵੀ ਨੇ ਜਿਹੜੇ ਮੇਰੇ ਸ਼ਾਗਿਰਦਾਂ ਦੀ ਫੋਰਮ 'ਚ ਮੇਰੇ ਨਾਲ ਨੇ। ਅਸੀਂ ਇੱਥੋਂ ਕੋਈ ਪੈਸਾ ਕਿਸੇ ਪਾਸੇ ਆਪਦੇ ਨਿੱਜੀ ਐਸ਼ ਵਾਸਤੇ ਜਾਂ ਖਰਚੇ ਵਾਸਤੇ ਨਹੀਂ ਲੈਂਦੇ। ਅਸੀਂ ਜਿੰਨੀ ਕਮਾਈ ਕਰਦੇ ਹਾਂ ਅਸੀਂ ਸਾਰੇ ਦੇ ਸਾਰੇ ਇੱਥੇ ਹੀ ਲਗਾ ਦਿੰਦੇ ਹਾਂ। ਇਹ ਸਾਰਿਆਂ ਦੀ ਰਲ ਮਿਲ ਕੇ ਬਣੀ ਹੋਈ ਲੈਬ ਹੈ, ਇਕੱਲੀ 2 ਹੱਥਾਂ ਦੀ ਕਮਾਈ ਨਹੀਂ ਹੋ ਸਕਦੀ। ਇਹ ਬਹੁਤ ਸਾਰਿਆਂ ਦਾ ਇੱਕ ਜਨੂਨ ਸੀ। ਅੱਛਾ, ਆਪਾਂ ਪ੍ਰਯੋਗ ਨਾਲ ਨਾਲ ਕਰੀਏ? ਹਾਂ ਬਿਲਕੁਲ, ਜੋਤੀ ਲਾਈਨ ਦੇ ਵਿੱਚ। ਬਿਲਕੁਲ। ਤੁਸੀਂ ਹੁਣ ਤੁਹਾਨੂੰ ਥੋੜਾ ਜਿਹਾ ਮਤਲਬ ਮੈਨੂੰ ਇਹ ਸੀ ਕਿ ਸ਼ੋਅ ਦੇ ਵਿੱਚ ਜਦੋਂ ਅਸੀਂ ਕਹਿ ਰਹੇ ਹਾਂ ਕਿ ਪ੍ਰੈਕਟੀਕਲ ਹੋਣਾ ਚਾਹੀਦਾ ਹੈ, ਪ੍ਰੈਕਟੀਕਲ ਹੋਣਾ ਚਾਹੀਦਾ, ਤੇ ਫਿਰ ਕਿਸੇ ਨੂੰ ਥੋੜਾ ਝਟਕਾ ਲਾ ਕੇ ਦੇਖ ਲਗੇ ਵੀ ਝਟਕਾ ਲੱਗਦਾ ਕਿਵੇਂ ਆ। ਹਾਂਜੀ, ਮੈਂ ਘੱਟੋ ਘੱਟ ਐਂਕਰ ਨੂੰ ਇੰਨੀ ਕੁ ਹਨਾ ਇਜਾਜ਼ਤ ਹੁੰਦੀ ਹੈ ਜਾਂ ਮਤਲਬ ਵੀ ਨਹੀਂ ਬਿਲਕੁਲ ਜੀ, ਉਹ ਪਰੇ ਰਹੇ। ਮੈਂ ਤਾਂ ਕਿਉਂਕਿ ਦੱਸਣਾ ਵੀ ਕਿਸੇ ਨਹੀਂ ਚਾਹੋ ਮੇਰੀ ਤਰਫੋਂ ਤੁਸੀਂ ਵੀ ਝਟਕਾ ਲੈ ਕੇ ਦੇਖ ਸਕਦੇ ਹੋ, ਮੈਨੂੰ ਕੋਈ ਤਕਲੀਫ ਨਹੀਂ ਇਹਦੇ ਵਿੱਚ। ਔਰ ਇੱਕ ਗੱਲ ਹੋਰ, ਤੁਸੀਂ ਅਗਰ ਇੱਥੋਂ ਦੇਖੋਗੇ ਵੀ ਬਿਜਲੀ ਕਿਸ ਫਾਰਮ 'ਚ ਝਟਕੇ ਦੀ ਰੂਪ 'ਚ ਆਉਂਦੀ ਹੈ ਤਾਂ ਤੁਸੀਂ ਉਹਨੂੰ ਖੁਸ਼ੀ ਮਹਿਸੂਸ ਕਰੋਗੇ, ਤੁਸੀਂ ਇਹ ਤੋਂ ਕੋਈ ਤਕਲੀਫ ਮਹਿਸੂਸ ਨਹੀਂ ਕਰਦੇ। ਮੈਂ ਚਾਹੂੰਗਾ ਵੀ ਤੁਸੀਂ ਖੁਦ ਦੇਖੋ। ਹਾਂਜੀ ਬਿਲਕੁਲ। ਆਪਾਂ ਪਰ ਇਹਨੂੰ ਕਿਹੜਾ ਪ੍ਰਯੋਗ ਹੈ ਜਿਹੜਾ ਉਹ ਸ਼ੁਰੂ ਹੋਵੇ, ਫਿਰ ਆਪਾਂ ਇਹਨੂੰ ਹੋਰ ਜ਼ਿਆਦਾ ਵਿਸਥਾਰ ਦੇ ਨਾਲ ਦੇਖਾਂਗੇ। ਇਹ ਸਿਰਫ ਇੱਕ ਮਸ਼ੀਨ ਆ, ਬਹੁਤ ਮਸ਼ੀਨਾਂ ਦਿਖਾਉਣੀਆਂ ਤੁਹਾਨੂੰ। ਤੁਹਾਡੀ ਗ੍ਰਿਡ ਤੋਂ ਲੈ ਕੇ ਥਰਮਲ ਦੇ ਵਿੱਚੋਂ ਕਿਵੇਂ ਤੁਹਾਡੇ ਘਰਾਂ ਤੱਕ ਬਿਜਲੀ ਪਹੁੰਚਦੀ ਹੈ, ਕਿਵੇਂ ਫਾਲਟ ਪੈਂਦੇ ਆ, ਇਹ ਸਾਰੀਆਂ ਚੀਜ਼ਾਂ ਇਹ ਵਿਦਿਆਰਥੀ ਜਿਹੜੇ ਬੈਠੇ ਆ ਇਹਨਾਂ ਨੂੰ ਸਿਖਾਈਆਂ ਜਾ ਰਹੀਆਂ। ਤੇ ਇੱਥੋਂ ਦੇ ਕਈ ਵਿਦਿਆਰਥੀ, ਖਾਸ ਕਰਕੇ ਕੁੜੀਆਂ, ਮੈਂ ਸ਼ਬਦ ਫਿਰ ਵਰਤਦਾ, ਕੁੜੀਆਂ, ਉਹ ਕੰਮ ਕਰ ਰਹੀਆਂ ਜਿਨ੍ਹਾਂ 'ਚ ਕਿਤੇ ਕਲਪਨਾ ਹੀ ਨਹੀਂ ਕੀਤੀ ਸੀ ਕਿਸੇ ਨੇ ਵੀ ਇਹ ਕੰਮ ਕੋਈ ਕਰੂਗਾ। ਟੈਕਨੀਕਲੀ ਸਾਡੇ ਕੋਲ ਬਹੁਤ ਸਾਰੀਆਂ ਡਿਗਰੀਆਂ ਹੈਗੀਆਂ, ਪਰ ਪ੍ਰੈਕਟੀਕਲੀ ਉਹਨਾਂ ਦਾ ਕਿੰਨਾ ਕੁ ਮੁੱਲ ਹੈ ਉਹ ਸਾਨੂੰ ਜਾ ਕੇ ਜਦੋਂ ਅਸੀਂ ਇੰਡਸਟਰੀ ਦੇ ਵਿੱਚ ਦੇਖਦੇ ਹਾਂ, ਇੰਡਸਟਰੀ ਵਾਲੇ ਬਾਰ-ਬਾਰ ਕਹਿੰਦੇ ਆ ਕਿ ਸਾਨੂੰ ਲੋਕ ਨਹੀਂ ਮਿਲ ਰਹੇ, ਉਹ ਫਿਰ ਪਤਾ ਲੱਗਦਾ ਕਿ ਸਾਨੂੰ ਇਹ ਕਿਸ ਹੱਦ ਤੱਕ ਹੈ। ਹੁਣ ਮੇਰੇ ਖਿਆਲ 'ਚ ਇਹ ਪ੍ਰਯੋਗ ਹੈ ਜਿਹੜਾ ਹੁਣ ਤੁਹਾਡੇ ਸਾਹਮਣੇ ਕਰਕੇ ਦਿਖਾਵਾਂ, ਤੁਸੀਂ ਨਾਲ ਨਾਲ ਬੋਲਦੇ ਰਹੋ। ਮੈਂ ਤਾਂ ਇਹ ਸਾਡਾ ਮੇਰਾ 11 ਤੋਂ 12 ਸਾਲ ਪੁਰਾਣਾ ਸ਼ਾਗਿਰਦ ਹੈ। ਇਹ ਵੀ ਮੈਟ੍ਰਿਕ ਕਰਕੇ ਮੇਰੇ ਕੋਲੇ ਆਇਆ। ਅੱਜ ਇਹ ਇੱਕ ਫੋਰਮੈਨ ਦੇ ਰੂਪ 'ਚ ਸਾਡੇ ਈਵਨ ਨਾਲ ਟ੍ਰੇਨਰ ਦੇ ਫੋਰਮ 'ਚ ਕੰਮ ਕਰ ਰਿਹਾ ਨਾਲ। ਪਹਿਲਾਂ ਝਟਕਾ ਲਾਉਣ ਤੋਂ ਪਹਿਲਾਂ ਤੁਸੀਂ ਵਡਿਆਈ ਕਰ ਰਹੇ ਹੋ? ਨਹੀਂ ਹਾਂ, ਇਹਦੀ ਵਡਿਆਈ ਇਹ ਹੈ ਵੀ ਇਹਨੇ ਕੱਲ ਸਾਨੂੰ ਸਭ ਤੋਂ ਜ਼ਿਆਦਾ ਵੋਲਟੇਜ ਦੇ ਉੱਤੇ ਟੋਲਰੇਟ ਕਰਕੇ ਦਿਖਾਇਆ ਵੀ ਹਾਂ ਮੈਂ ਬਰਦਾਸ਼ਤ ਕਰ ਸਕਦਾ। ਬਾਕੀ ਕੁਝ ਬੱਚੇ ਪਹਿਲੇ ਕੈਮਰਾਮੈਨ ਇਸ ਸਾਈਡ ਤੋਂ ਆਉਣ ਤਾਂ ਜ਼ਿਆਦਾ ਆਪਾਂ ਬਿਹਤਰ ਦਿਖਾ ਸਕਦੇ ਹਾਂ। ਔਰ ਮੈਂ ਇਹਨਾਂ ਨੂੰ ਵੀ ਕਹਾਂਗਾ ਕਿ ਤੁਸੀਂ ਇਸ ਸਾਈਡ ਆ ਜਾਓ ਅੱਗੇ, ਇਹ ਜ਼ਿਆਦਾ ਇੱਕ ਇੱਥੇ ਜਿਵੇਂ ਕਿ ਅਸੀਂ ਦੱਸਦੇ ਹਾਂ ਵੀ ਕਿਸੇ ਮਨੁੱਖੀ ਸਰੀਰ ਲਈ 90 ਵੋਲਟੇਜ ਤੱਕ ਦੀ ਜੋ ਸਪਲਾਈ ਹੈ ਉਹ ਸੇਫ ਹੈ, ਉਸ ਤੋਂ ਬਾਅਦ ਇਹ ਅਨਸੇਫ ਹੋ ਜਾਂਦੀ ਹੈ। ਇੱਥੇ ਸਾਡੇ ਜਿਹੜੇ ਵੋਲਟੇਜ ਆਉਣੇ ਸ਼ੁਰੂ ਹੋਣਗੇ ਜਦੋਂ ਅਸੀਂ ਇਹਨੂੰ ਇਨਕਰੀਜ਼ ਲਾਈਨ ਕਰਨਾ, ਤੇ ਨਾਲ ਨਾਲ ਤੁਸੀਂ ਦੇਖ ਲਓ ਵੀ ਬੱਲਬ ਵੀ ਚੱਲਣਾ ਸ਼ੁਰੂ ਹੋ ਰਿਹਾ। ਇਹੀ ਤਾਰਾਂ ਇਹਦੇ ਹੱਥ 'ਚ ਨੇ ਬਿਲਕੁਲ, ਤੇ ਬੱਲਬ ਵੀ ਚੱਲਦਾ ਹੈ ਤਾਂ ਕਿ ਸ਼ੋਅ ਹੋਵੇ ਵੀ ਵਾਕਈ ਬਿਜਲੀ ਆ ਰਹੀ ਹੈ। ਤੇ ਇਹ ਦੇਖੋ ਇਹ 90 ਵੋਲਟੇਜ ਤੱਕ ਆ ਚੁੱਕਿਆ। ਮੈਂ ਗੱਲ ਕਰਨੀ ਚਾਹੂੰਗਾ, ਪਤਾ ਲੱਗ ਰਿਹਾ? ਹਾਂ, ਸਾਨੂੰ ਥੋੜਾ ਜਿਹਾ ਇਸ ਤਰ੍ਹਾਂ ਲੱਗ ਰਿਹਾ ਹੈਗਾ, ਨਾਰਮਲ ਜੀ, ਜ਼ਿਆਦਾ ਕਰੰਟ ਲੱਗ ਰਿਹਾ।
ਹਾਂ ਬਸ ਇਸ ਤਰ੍ਹਾਂ ਹੀ ਲਾ ਲਓ ਵੀ ਥੋੜਾ ਜਿਹਾ ਹਜੇ ਜ਼ਿਆਦਾ, ਕਿਉਂਕਿ ਜਿਹੜੀ ਵੋਲਟੇਜ ਹੈ ਜਿਵੇਂ ਫੋਰਨ ਕੰਟਰੀ ਦੇ ਵਿੱਚ 110 ਹੈ, ਅਸੀਂ ਕਹਿੰਦੇ ਵੀ ਉੱਥੇ ਸਾਨੂੰ ਕਰੰਟ ਨਹੀਂ, ਸਾਨੂੰ ਕੱਲ੍ਹ ਇਹ ਸਾਡਾ ਸਵਾਲ ਸੀਗਾ ਜਿਹੜਾ ਸਾਨੂੰ ਪ੍ਰੈਕਟੀਕਲ ਕਰਾਇਆ, ਅੱਜ ਸਾਨੂੰ ਬਿਲਕੁਲ ਲੱਗ ਨਹੀਂ ਰਿਹਾ, ਐ ਹੁਣ ਥੋੜਾ ਜਿਹਾ ਮਹਿਸੂਸ ਹੋ ਰਿਹਾ। ਤੇ ਉਧਰ ਵੋਲਟੇਜ ਵੀ ਹਜੇ ਘੱਟ ਨੇਗੇ, ਜਦੋਂ 110 ਕਰਾਂਗੇ ਥੋੜੇ ਜਿਹੇ ਹੋਰ ਵੋਲਟੇਜ, ਹਾਂ ਇੱਥੇ ਕਾਫੀ ਜ਼ਿਆਦਾ ਕੀੜੀਆਂ ਜਿਹੀਆਂ ਲੜ ਰਹੀਆਂ ਨੇਗੀਆਂ। ਸੋ ਮਤਲਬ ਚਲੋ ਠੀਕ ਆ, ਆਪਾਂ ਇਹਨੂੰ ਇੱਥੇ ਹੀ ਰੋਕਦੇ ਹਾਂ। ਕਿਉਂ ਮਤਲਬ ਜੋ ਹੱਦ ਆ ਬਿਲਕੁਲ ਇੱਕ ਨਿਸ਼ਚਿਤ ਆ ਸਾਡੇ ਸਰੀਰ ਦੇ ਲਈ, ਜਿਸ ਤਰ੍ਹਾਂ ਤੁਸੀਂ ਦੱਸਿਆ ਜਿਹੜੀ ਸੇਫ ਆ, ਆਪਾਂ ਉੱਥੇ ਹੀ ਰੋਕਦੇ ਹਾਂ। ਸੋ ਪ੍ਰੈਕਟੀਕਲੀ ਦਿਖਾਉਣਾ ਸੀ ਤੁਹਾਨੂੰ, ਇਹ ਮੈਨੂੰ ਲੱਗਦਾ ਪ੍ਰੈਕਟੀਕਲ ਜ਼ਿਆਦਾ ਜ਼ਰੂਰੀ ਆ ਲੋਕਾਂ ਦੇ ਲਈ, ਜਾਂ ਜਿਹੜੇ ਲੋਕ ਸਾਡੇ ਪ੍ਰੋਗਰਾਮ ਨੂੰ ਦੇਖ ਰਹੇ ਆ, ਕਿ ਕਿਵੇਂ ਇੱਥੇ ਕੰਮ ਹੁੰਦਾ, ਕਿਵੇਂ ਸਿਖਾਇਆ ਜਾਂਦਾ। ਆਪਾਂ ਅੱਗੇ ਚੱਲਦੇ ਹਾਂ। ਐਸੀ ਗੱਲ ਨਹੀਂ, ਇਹ ਜਿਹੜਾ ਪ੍ਰੈਕਟੀਕਲ ਹੈ ਸਾਡੀਆਂ ਬੱਚੀਆਂ ਨੇ ਵੀ ਕੱਲ ਪਰਫਾਰਮ ਕਰਕੇ ਦਿਖਾਇਆ। ਅੱਛਾ ਅੱਛਾ, ਹਾਂ ਇਹ ਨਹੀਂ ਹੈ ਵੀ ਇਕੱਲਾ ਐਕਸਪਰਟ ਹੈ, ਬਿਲਕੁਲ ਕੋਈ ਵੀ ਕਰ ਸਕਦਾ। ਜਿਹੜੀ ਕਈ ਵਾਰ ਲੱਗਦਾ ਵੀ ਮਤਲਬ ਸਾਇੰਸ ਸਾਡੇ ਸਮਾਜ ਵਰਗੀ ਥੋੜੀ ਹੈ ਵੀ ਬੱਚੀਆਂ ਨਾਲ ਕੋਈ ਵਿਤਕਰਾ ਕਰੂਗੀ। ਪ੍ਰੈਕਟੀਕਲ ਦਾ ਮਤਲਬ ਹੈ ਸਭ ਵਾਸਤੇ ਸੇਮ। ਬਿਲਕੁਲ, ਆਓ ਆਪਾਂ ਅੱਗੇ, ਹਾਂ ਆਪਾਂ ਅੱਗੇ ਚੱਲਦੇ ਹਾਂ। ਲੈਬ ਦੇ ਬਹੁਤ ਭਾਗ ਆ, ਤਕਰੀਬਨ 9 ਭਾਗ ਆ, ਹਰ ਇੱਕ ਚ ਇਸ ਸਾਈਡ ਕੰਪਿਊਟਰ ਦੀ ਹੈ। ਆਪਾਂ ਅੱਗੇ ਚੱਲਾਂਗੇ, ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਤੁਹਾਡੇ ਨਾਲ ਡਿਸਕਸ ਹੋਣਗੀਆਂ, ਜਿਨ੍ਹਾਂ ਤੇ ਗੱਲ ਕਰਨੀ ਬੜੀ ਜ਼ਰੂਰੀ ਹੈ। ਇਸ ਸਮੇਂ ਆਪਾਂ ਕਿਹੜੀ ਲੈਬ 'ਚ ਆਏ ਹਾਂ? ਇਹ ਸਾਡੀ ਰੈਫਰੀਜਰੇਸ਼ਨ 에ਅਰ ਕੰਡੀਸ਼ਨਿੰਗ ਦੀ ਲੈਬ ਹੈ ਜੀ। ਅੱਛਾ ਅੱਛਾ, ਮੈਂ ਸਮਝਦਾ ਵੀ ਜਿਹੜੇ ਬੱਚੇ ਬਹੁਤ ਘੱਟ ਪੜ੍ਹੇ ਲਿਖੇ ਹੋਏ ਨੇ ਜਾਂ ਪੜ੍ਹਾਈ 'ਚ ਨਿੱਲ ਨੇ, ਹਾਂ ਇਹ ਇੱਕ ਐਸੀ ਲਾਈਨ ਹੈ ਜਿਹਦੀ ਕਿ ਪੂਰੀ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਹੈ। ਤੇ ਇੱਥੇ ਬੱਚੇ ਇਹ ਕੰਮ ਸਿੱਖ ਕੇ ਦੁਨੀਆ ਦੇ ਕਿਸੇ ਵੀ ਕੋਨੇ 'ਚ ਜਾ ਕੇ ਆਪਦਾ ਰੁਜ਼ਗਾਰ ਸ਼ੁਰੂ ਕਰ ਸਕਦੇ ਨੇ। ਜਿਵੇਂ ਤੁਸੀਂ ਇੱਥੇ ਦੇਖ ਰਹੇ ਹੋ ਵੀ ਜੋ 에ਅਰ ਕੰਡੀਸ਼ਨਿੰਗ ਨਾਲ ਰਿਲੇਟਡ ਸਾਡੀਆਂ ਸਾਰੀਆਂ ਇੱਥੇ ਸਾਰੀਆਂ ਮਸ਼ੀਨਾਂ ਨੇ, ਖੁੱਲੀਆਂ ਵੀ ਪਈਆਂ ਨੇ। ਇਹ ਜਿਵੇਂ ਸਾਡਾ ਇੱਕ 에ਅਰ ਕੰਡੀਸ਼ਨ ਹੈ, 에ਅਰ ਕੰਡੀਸ਼ਨ ਦੇ ਵਿੱਚ ਖੁੱਲ੍ਹੀ ਹੋਈ ਹਾਲਤ 'ਚ, ਚਾਲੂ ਹਾਲਤ 'ਚ ਸਾਰਾ ਏਸੀ, ਤੇ ਅਸੀਂ ਦਿਖਾਉਂਦੇ ਵੀ ਜਦੋਂ ਸਾਡੀ ਮੋਟਰ ਚੱਲਦੀ ਹੈ ਤਾਂ ਸਾਡੀ ਗੈਸ, ਹਾਂ ਮੈਂ ਥੋੜਾ ਵਿੱਚ ਜ਼ਿਆਦਾ ਉਹਨੂੰ ਟੈਕਨੀਕਲ ਭਾਸ਼ਾ ਤੋਂ ਲਿਆ ਕੇ ਆਮ ਭਾਸ਼ਾ ਕਰਦਾ। ਹਾਂਜੀ, ਇਹ ਆਈ ਸੀ ਬਸ ਖੋਲਿਆ ਹੋਇਆ, ਠੀਕ ਆ। ਇਹਦਾ ਦੂਸਰਾ ਹਿੱਸਾ ਪਿੱਛੇ ਇਹਦਾ ਆਪਾਂ ਹੁਣ ਦੇਖਦੇ ਹਾਂ ਵੀ ਇਹ ਠਾਰਦਾ ਕਿਵੇਂ ਕਮਰਾ। ਇਹ ਦੱਸੋ ਜਿਹੜੀ ਮੇਨ ਗੱਲ ਆ। ਹਾਂ ਮਤਲਬ ਮੈਂ ਵਰਤ ਤਾਂ ਲੈਣਾ, ਪਰ ਮੈਨੂੰ ਇਹ ਨਹੀਂ ਪਤਾ ਲੱਗਦਾ ਵੀ ਇਹ ਠਾਰਦਾ ਕਿਵੇਂ। ਇਹ ਜਿਹੜੀ ਮਸ਼ੀਨ ਹੈ, ਇਹ ਜਿਸ ਤਰ੍ਹਾਂ ਕਿ ਅਸੀਂ ਸਾਬਣ ਲਾ ਕੇ ਕੱਪੜੇ ਧੋ ਕੇ ਨਿਚੋੜ ਦਿੰਦੇ ਹਾਂ, ਇਹ ਜਿਹੜੀ ਮਸ਼ੀਨ ਹੈ ਇਹਦੇ ਵਿੱਚ ਜਿਹੜੀ ਗੈਸ ਰੂਪੀ ਸਾਬਣ ਹੈ, ਇਹ ਕਹਿ ਲਿਆ ਜਾਵੇ ਜੀ, ਜਿਹੜੀ ਗਰਮੀ ਨੂੰ ਇੱਧਰ ਲਿਆ ਕੇ ਇੱਥੇ ਇੰਨੀ ਬੁਰੀ ਤਰ੍ਹਾਂ ਕੰਪਰੈਸ ਕਰ ਦਿੰਦੀ ਹੈ ਬਹੁਤ ਹਾਈ ਪ੍ਰੈਸ਼ਰ ਤੇ, ਜਿਹਦੇ ਨਾਲ ਸਾਰੀ ਗਰਮੀ ਇੱਥੇ ਨੁੱਚੜ ਜਾਂਦੀ ਹੈ ਤੇ ਜਿਹੜਾ ਪੱਖਾ ਹੈ ਬਾਹਰ ਗਰਮ ਹਵਾ ਦੇ ਰੂਪ 'ਚ ਬਾਹਰ ਕੱਢ ਦਿੰਦਾ ਹੈ। ਤੇ ਜਿਹੜੀ ਉਹ ਮਤਲਬ ਨੁੱਚੜੀ ਹੋਈ ਗੈਸ ਹੈ ਜਿਹਦੇ ਵਿੱਚੋਂ ਗਰਮੀ ਬਾਹਰ ਨਿਕਲ ਚੁੱਕੀ ਹੈ, ਉਹ ਸਾਡੀਆਂ ਇਹਨਾਂ ਲਾਈਨਾਂ ਦੇ ਵਿੱਚੋਂ ਹੋ ਕੇ ਵਾਪਸ ਅੰਦਰ ਚਲੀ ਜਾਂਦੀ ਹੈ। ਤਾਂ ਉਹਨੇ ਇੱਕਦਮ ਇੱਥੇ ਜਿਹੜੀ ਠੰਡ ਪੈਦਾ ਕਰ ਦੇਣੀ ਹੈ, ਕਿਉਂਕਿ ਹਾਂ ਉਹਦੇ ਵਿੱਚੋਂ ਗਰਮੀ ਨਿਕਲ ਚੁੱਕੀ ਹੈ। ਜਦੋਂ ਗਰਮੀ ਨਿਕਲ ਗਈ ਤਾਂ ਇਹਦਾ ਮਤਲਬ ਉੱਥੇ ਠੰਡ ਬਾਕੀ ਹੈ। ਉਹ ਗੱਲ ਇੰਨੀ ਸੀ। ਮੈਂ ਥੋੜਾ ਜ਼ਿਆਦਾ ਮਤਲਬ ਮੈਂ ਤਾਂ ਕਹਿਣਾ ਹੁੰਦਾ ਵੀ ਸਵਰਗ 'ਚ ਕੀ ਹੋਊਗਾ, ਹੈ ਨਾ, ਜੇ ਹੋਊਗਾ ਤਾਂ। ਮੈਂ ਹਾਲਾਂਕਿ ਇਹ ਗੱਲ 'ਚ ਯਕੀਨ ਰੱਖਦਾ, ਮੈਂ ਵੀ ਚਲੋ ਏਸੀ ਉਸੀ ਲੱਗੇ ਹੋਣੇ ਆ, ਠੰਡੀ ਜਿਹੀ ਹੋਊਗੀ ਥੋੜੀ ਜਿਹੀ। ਮਤਲਬ ਅਸੀਂ ਜਿਹੜੇ ਗਰਮ ਮੁਲਕਾਂ 'ਚ ਰਹਿੰਦੇ ਆ, ਉਹਨਾਂ ਦੀ ਇਮੈਜੀਨੇਸ਼ਨ ਠੰਡ ਵਾਲੇ ਪਾਸੇ ਆ। ਠੰਡ ਵਾਲੇ ਕਹਿੰਦੇ ਵੀ ਥੋੜੀ ਉੱਥੇ। ਇੱਥੇ ਮੈਂ ਸਪੈਸ਼ਲੀ ਇੱਕ ਜਾਣਕਾਰੀ ਇਹ ਦੇਣਾ ਚਾਹੂੰਗਾ ਵੀ ਦੁਨੀਆ ਦੇ ਉੱਤੇ 3 ਕਿਸਮ ਦੀ ਜਿਹੜੀ ਸਾਡੀ ਇਹ ਟੈਕਨੋਲੋਜੀ ਹੈ। ਇੱਕ ਜਿਹੜੀ ਤੁਸੀਂ ਹੁਣੇ ਦੇਖੀ ਹੈ, ਤੇ ਇੱਕ ਇੱਥੇ ਮਸ਼ੀਨ ਹੈ ਜਿਹੜੀ ਬਿਜਲੀ ਨਾ ਹੋਣ ਦੀ ਸੂਰਤ 'ਚ ਸਿੰਪਲ ਸਪਰਿਟ ਲੈਂਪ ਨਾਲ ਵੀ ਚੱਲਦੀ ਹੈ। ਉਹ ਕਿੱਦਾਂ? ਉਹ ਮਸ਼ੀਨ ਵੀ ਇੱਥੇ ਮੌਜੂਦ ਹੈ। ਜੀ ਜੀ, ਤੇ ਬੋਲਦੇ ਰਹੋ, ਕੋਈ ਗੱਲ ਨਹੀਂ, ਆਪਾਂ ਗੱਲ ਕਰ ਸਕਦੇ। ਇਹ ਜਿਹੜੀ ਮਸ਼ੀਨ ਮੈਂ ਤੁਹਾਨੂੰ ਦਿਖਾ ਰਿਹਾ 1942 ਮਾਡਲ ਦੀ ਮਸ਼ੀਨ ਹੈ, ਜਦ ਕਿ ਅੱਜ ਇਹ ਬਹੁਤ ਵੱਡੇ ਰੂਪ ਦੇ ਵਿੱਚ ਇਹ ਮਸ਼ੀਨ ਕੰਮ ਕਰਦੀ ਹੈ। ਬਹੁਤ ਛੋਟੀ ਹੈ, ਇਹ ਡਿਸਪੈਂਸਰੀਆਂ ਵਾਸਤੇ ਬਣੀ ਸੀ। ਇੱਥੇ ਦੇਖ ਸਕਦੇ ਹੋ ਵੀ ਇਸ ਮਸ਼ੀਨ ਦੇ ਵਿੱਚ ਕੋਈ ਮੋਟਰ ਲੱਗੀ ਹੋਈ ਨਹੀਂ ਹੈ। ਇਹਦੇ ਵਿੱਚ ਛੋਟਾ ਜਿਹਾ ਹੀਟਰ ਲੱਗਿਆ ਹੋਇਆ। ਅਗਰ ਹੀਟਰ ਕੰਮ ਨਹੀਂ ਕਰਦਾ, ਬਿਜਲੀ ਸਾਡੇ ਕੋਲ ਨਹੀਂ ਹੈ, ਇੱਥੇ ਸਪਰਿਟ ਲੈਂਪ ਲਾ ਦਿੰਦੇ, ਉਸੇ ਨਾਲ ਹੀ ਇਹ ਕੰਮ ਕਰਦੀ ਰਹਿੰਦੀ ਹੈ। ਅੱਛਾ, ਹਾਂ, ਮੈਨੂੰ ਹਨਾ ਵਧੀਆ ਜਾਣਕਾਰੀ ਆ। ਤੇ ਨੰਬਰ 3 ਤੇ ਇਹ 2 ਨੰਬਰ ਟੈਕਨੋਲੋਜੀ ਹੈ। ਵੈਸੇ ਕਿਹਾ ਜਾਵੇ ਤਾਂ ਸਭ ਤੋਂ ਪਹਿਲਾ ਨੰਬਰ ਇਸੇ ਦਾ। 2 ਨੰਬਰ ਤੇ ਸਾਡੇ ਜਿਹੜੇ ਮੋਟਰਾਂ ਕੰਪਰੈਸ਼ਨ, ਇਹ ਸਾਡੀ ਤੀਸਰੇ ਨੰਬਰ। ਅੱਛਾ, ਨਹੀਂ ਆਪਾਂ ਚਲੋ ਆਪਾਂ ਕਿਉਂਕਿ ਆਪਾਂ ਅੱਗੇ ਹੋਰ ਜਾਣਾ ਹਨਾ, ਤਾਂ ਕਰਕੇ ਮੈਂ ਜ਼ਿਆਦਾ ਯਾਨੀ ਮੇਰਾ ਕਹਿਣ ਦਾ ਮਕਸਦ ਇੱਕ ਹੈ ਵੀ ਅਸੀਂ ਇੱਥੇ ਜਿੰਨੀਆਂ ਵੀ ਟੈਕਨੋਲੋਜੀਆਂ ਇਹਦੇ ਨਾਲ ਰਿਲੇਟਡ ਨੇ, ਉਹ ਅਸੀਂ ਸਾਰੀਆਂ ਇੱਥੇ ਅਰੇਂਜ ਕਰਨ ਦੀ ਕੋਸ਼ਿਸ਼ ਕੀਤੀ ਹੈ, ਤਾਂ ਕਿ ਸਾਡੇ ਬੱਚੇ ਇੱਥੋਂ ਜਾਣ ਤੋਂ ਬਾਅਦ ਕਦੀ ਕਿਸੇ ਚੀਜ਼ ਨੂੰ ਦੇਖ ਕੇ ਹੈਰਾਨੀ ਨਾ ਜ਼ਾਹਰ ਕਰਨ ਵੀ ਆਫਟਰ ਆਲ ਇਹ ਕਿਵੇਂ ਹੋ ਸਕਦਾ, ਇਹ ਚੀਜ਼ ਕੀ ਹੋ ਸਕਦੀ। ਕੌਣ ਆ ਰਿਹਾ ਟ੍ਰੇਨਿੰਗ ਲੈਣ? ਉਹ ਬੱਚੇ ਕਿੰਨੇ ਪੜ੍ਹੇ ਲਿਖੇ ਆ? ਟ੍ਰੇਨਿੰਗ ਲਈ ਜੀ ਮੇਰੇ ਕੋਲੇ ਬੀਟੈਕ, ਐਮਟੈਕ, ਡਿਪਲੋਮਾ ਇਹ ਬੱਚੇ ਵੀ ਆ ਰਹੇ ਨੇ, ਤੇ ਨਾਲ ਜਿਹੜੇ ਬੱਚੇ ਮੈਟ੍ਰਿਕ ਹੀ ਪੜ੍ਹੇ ਹੋਏ ਨੇ ਜਾਂ ਅੰਡਰ ਮੈਟ੍ਰਿਕ ਨੇ, ਉਹ ਬੱਚੇ ਵੀ ਇਹਨਾਂ ਦੇ ਵਿੱਚ ਸ਼ਾਮਲ ਨੇ। ਇੱਥੇ ਮੇਰੇ ਕੋਲੇ ਹਰ ਕਿਸਮ ਦੇ, ਬਿਨਾਂ ਕਿਸੇ ਲਿੰਗ ਦੇ, ਬਿਨਾਂ ਕਿਸੇ ਰੰਗ ਭੇਦ ਦੇ, ਹਰ ਤਰ੍ਹਾਂ ਦੇ ਬੱਚੇ ਇੱਥੇ ਸ਼ਾਮਲ ਨੇ। ਕੁਛ ਲਾਈਨਾਂ ਤਾਂ ਐਸੀਆਂ ਨੇ ਜਿਹਦੇ ਵਿੱਚ ਸਾਡੀਆਂ ਕੁੜੀਆਂ ਵੀ ਸ਼ਾਮਲ ਨੇ,
ਕਿਉਂਕਿ ਜਿਵੇਂ ਮੈਂ ਕਿਹਾ ਵੀ ਬਿਨਾਂ ਕੋਈ ਲਿੰਗ ਭੇਦ ਦੇ ਵੀ ਅਸੀਂ ਕੰਮ ਸਿਖਾਉਂਦੇ ਆ, ਉਹ ਵੱਡੀਆਂ ਲਾਈਨਾਂ ਦਾ ਕੰਮ ਵੀ ਕਰਕੇ ਆਉਂਦੀਆਂ ਨੇ ਤੇ ਬੜੇ ਟ੍ਰੇਨਡ ਨੇ। ਬਿਲਕੁਲ ਬਿਲਕੁਲ। ਤੁਸੀਂ ਉਹ ਫੋਟੋਆਂ ਜਿਵੇਂ ਬਾਹਰ ਲੱਗੀਆਂ ਹੋਈਆਂ ਉਹਨਾਂ ਤੋਂ ਪਤਾ ਲੱਗਦਾ ਵੀ ਹਨਾ ਕੰਮ ਕਰ ਰਹੀਆਂ ਹੈਗੀਆਂ ਲੜਕੀਆਂ ਵੱਡੀਆਂ ਵੱਡੀਆਂ ਲਾਈਨਸ ਦੇ ਉੱਤੇ। ਆਪਾਂ ਇੱਕ ਛੋਟੇ ਬ੍ਰੇਕ ਲਈ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਇੱਕ ਹੋਰ ਭਾਗ ਦਿਖਾਵਾਂਗੇ ਤੁਹਾਨੂੰ ਜੋ ਮੇਰੇ ਖਿਆਲ 'ਚ ਥੋੜਾ ਟੈਕਨੀਕਲ ਆ ਪਰ ਬਹੁਤ ਜ਼ਰੂਰੀ ਆ ਸਾਡੇ ਸਾਰਿਆਂ ਦੇ ਖਾਤਰ। ਇਸ ਲੈਬ ਦੇ ਵਿੱਚ ਕਿਸ ਲੈਵਲ ਦਾ ਕੰਮ ਕੀਤਾ ਗਿਆ ਇਹ ਤੁਹਾਨੂੰ ਪਤਾ ਲੱਗੂਗਾ। ਵੇਲਾ ਛੋਟੇ ਬ੍ਰੇਕ ਦਾ, ਦੇਖਦੇ ਰਹੋ ਟੀਵੀ ਪੰਜਾਬ। ਬ੍ਰੇਕ ਤੋਂ ਬਾਅਦ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਇੱਕ ਹੋਰ ਭਾਗ 'ਚ ਆਏ ਆ। ਇੱਥੇ ਇਹੋ ਜਿਹੀਆਂ ਮਸ਼ੀਨਾਂ ਹੈ ਜਿਹੜੀਆਂ ਮਤਲਬ ਜ਼ਿਆਦਾਤਰ ਵੱਡੇ ਵੱਡੇ ਥਾਵਾਂ ਦੇ ਉੱਤੇ ਥਰਮਲ ਪਲਾਂਟ ਵਗੈਰਾ ਉੱਥੇ ਯੂਜ਼ ਹੁੰਦੀਆਂ, ਘਰਾਂ ਦੇ ਵਿੱਚ ਆਮ ਤੌਰ ਤੇ ਯੂਜ਼ ਨਹੀਂ। ਇਹ ਜਿਹੜੀ ਸਾਡੀ ਸੈਕਸ਼ਨ ਹੈ ਇਹ ਗ੍ਰਿਡਾਂ ਦੀ ਲਾਈਨ ਹੈ, ਜਿਹਦੇ ਵਿੱਚ ਸਾਡੀਆਂ ਵੱਡੀਆਂ ਲਾਈਨਾਂ ਜਿੱਥੋਂ ਕਿ ਸਾਨੂੰ ਬਿਜਲੀ ਮਿਲਦੀ ਹੈ, ਏਰੀਆ ਨੂੰ ਮਿਲਦੀ ਹੈ, ਪੂਰੇ ਡਿਸਟ੍ਰਿਕਟ ਨੂੰ ਬਿਜਲੀ ਮਿਲਦੀ ਹੈ ਜਾਂ ਵੱਡੇ ਪਾਵਰ ਹਾਊਸਾਂ ਤੋਂ ਬਿਜਲੀ ਮਿਲਦੀ ਹੈ, ਉਹ ਸਾਰੀ ਇਹ ਸੈਕਸ਼ਨ ਹੈ। ਮੇਰਾ ਇਹ ਸਵਾਲ ਹੈ ਵੀ ਠੀਕ ਹੈ ਤੁਸੀਂ ਮਸ਼ੀਨਾਂ ਤਾਂ ਲਿਆ ਕੇ ਰੱਖ ਲਈਆਂ, ਕੀ ਉਨੀ ਬਿਜਲੀ ਹੈ ਜਿੰਨੀ ਅਸੀਂ ਦੇਖਦੇ ਹਾਂ ਜਿਵੇਂ 11,000 ਹੈ? ਹਾਂਜੀ ਹਾਂਜੀ, ਇਸ ਲੈਬ ਤੋਂ ਅਸੀਂ ਜਿਹੜੀ 11,000 ਬਿਜਲੀ ਦੀ ਹੈ ਇੱਥੋਂ ਅਸੀਂ ਜਨਰੇਟ ਕਰਦੇ ਹਾਂ। ਇੱਥੇ ਸਾਡਾ ਇਹ ਸਾਰਾ ਸਿਸਟਮ ਲੱਗਿਆ ਜਿਹਦੇ ਤੋਂ ਅਸੀਂ 11,000 ਵੋਲਟੇਜ ਅਸੀਂ ਪੁਸ਼ ਅਪ ਕਰਦੇ ਹਾਂ ਉੱਪਰ। ਅੱਛਾ, ਉਹ ਜਿਹੜੀ ਉੱਪਰ ਤਾਰ ਆ ਗਈ ਉਹ ਜੋ ਉੱਪਰ ਜਿਹੜੀ ਲਾਈਨ ਦਿਖਾਈ ਦੇ ਰਹੀ ਹੈ ਉਹ ਚਾਲੂ ਹਾਲਤ 'ਚ ਹੈ। ਕੀ ਆਪਾਂ ਚਲਾਈਏ? ਹਾਂ ਬਿਲਕੁਲ। ਅੱਛਾ ਅੱਛਾ, ਇਹਨੂੰ ਮਤਲਬ ਮੈਂ ਪੁੱਛ ਲਿਆ ਵੀ ਹਾਂ ਬਿਲਕੁਲ ਜੀ, ਐਟ ਪ੍ਰੈਜ਼ੈਂਟ ਇਹ ਚਾਲੂ ਹੈ। ਅੱਛਾ, ਹੁਣ ਇਹਦੇ ਵਿੱਚ 11,000 ਦੀ ਜਿਹੜੀ ਸਾਡੀ ਸਪਲਾਈ ਹੈ ਚਾਲੂ ਐਟ ਪ੍ਰੈਜ਼ੈਂਟ। ਓਕੇ ਓਕੇ, ਤੇ ਇਹ ਅੱਗੇ ਜਾਂਦੀ ਕਿੱਥੇ ਆ ਫਿਰ, ਕਿਸ ਜਗ੍ਹਾ ਤੇ ਜਾਂਦੀ? ਇਹ ਇਸ ਤੋਂ ਬਾਅਦ ਸਾਡੀ ਜਿਹੜੀ ਦੂਸਰੀ ਲੈਬ ਹੈ 11 kV ਸੈਕਸ਼ਨ, ਜਿਹੜੀ ਨਾਲ ਕਿ ਸਾਡਾ ਰੋਜ਼ ਹੀ ਵਾਸਤਾ ਪੈਂਦਾ ਹੈ। ਇਹ ਸਾਡੀ ਬਹੁਤ ਅਹਿਮ ਸੈਕਸ਼ਨ ਹੈ। ਜਿਵੇਂ ਕਿ ਤੁਸੀਂ ਇੱਧਰ ਦੇਖ ਸਕਦੇ ਹੋ ਵੀ ਸਾਡਾ 11,000 ਵੋਲਟੇਜ ਦਾ ਕੰਟਰੋਲ ਹੈ ਇੱਥੇ। ਉੱਥੇ ਲਾਈਨ ਇਸ ਟਾਈਮ ਐਟ ਪ੍ਰੈਜ਼ੈਂਟ ਸ਼ੋ ਕਰ ਰਹੀ ਹੈ 11,000 ਚਾਲੂ ਹੈ ਲਾਈਨ ਜੀ, ਤੇ ਇੱਥੋਂ ਕੰਟਰੋਲ ਹੋ ਕੇ ਇਹ ਵਾਪਸ ਅੱਗੇ ਚਲੀ ਜਾਂਦੀ ਹੈ। ਇਹ ਉਹੀ ਮਸ਼ੀਨ ਹੈ ਜਾਂ ਉਹੀ ਔਜ਼ਾਰ ਹੈ ਜਿਹਦੇ ਜ਼ਰੀਏ ਗ੍ਰਿਡ ਚੋਂ ਆਪਾਂ ਕਹਿੰਦੇ ਹਾਂ ਬਿਲਕੁਲ, ਅਸੀਂ ਕਹਿੰਦੇ ਵੀ ਗ੍ਰਿਡ ਤੋਂ ਬਿਜਲੀ ਬੰਦ ਕਰਤੀ, ਉਹ ਇੱਥੋਂ ਹੀ ਬੰਦ ਕੀਤੀ ਜਾਂਦੀ ਹੈ। ਵੀ ਆਪਾਂ ਕਹਿੰਦਾ ਸੁੱਚ ਚੱਕਦੀ ਯਾਰ ਬਿਲਕੁਲ ਗ੍ਰਿਡ ਵਾਲਿਆਂ ਨੂੰ ਕਈ ਵਾਰ ਹਾਂਜੀ ਹਾਂਜੀ ਹਾਂਜੀ, ਸਾਡੇ ਦਾ ਪਿੰਡ ਦਾ ਸੀ ਨਾ, ਮੈਂ ਤਾਂ ਕਰਕੇ ਅਸੀਂ ਉਹਨੂੰ ਕਹਿ ਦਿੰਦੇ ਸੀ ਯਾਰ। ਹਾਂਜੀ ਹਾਂਜੀ ਬਿਲਕੁਲ, ਇਹ ਸੁੱਚ ਇੱਥੋਂ ਹੀ ਬੰਦ ਕੀਤੀ ਜਾਂਦੀ ਹੈ ਗ੍ਰਿਡ ਤੋਂ। ਉਸ ਤੋਂ ਬਾਅਦ ਜਿਹੜੀ ਅੱਗੇ ਲਾਈਨ ਜਾਂਦੀ ਹੈ ਇਹ ਸਾਡੇ ਜੋ ਘਰਾਂ ਨੂੰ ਅੱਗੇ ਲਾਈਨ ਆਉਂਦੀ ਹੈ ਵੱਡੀ ਲਾਈਨ 11,000 ਦੀ, ਜਿਹਦੇ ਕਿ ਇੱਥੇ ਨਾਲ ਮੀਟਰਿੰਗ ਵੀ ਹੋ ਰਹੀ ਹੈ। ਇੱਥੇ ਪ੍ਰੋਟੈਕਸ਼ਨ ਸਿਸਟਮ ਵੀ ਸਾਰਾ ਲੱਗਿਆ ਹੋਇਆ ਤੇ ਇਹ ਸਾਡਾ ਟਰਾਂਸਫਾਰਮਰ ਜਿਹਨੂੰ ਕਿ ਅਸੀਂ ਫਿਰ ਆ ਕੇ ਫੇਸ ਕਰਦੇ ਹਾਂ ਘਰਾਂ ਦੇ ਵਿੱਚ ਵੀ, ਇੰਡਸਟਰੀਆਂ ਦੇ ਵਿੱਚ ਵੀ, ਹਰ ਜਗ੍ਹਾ। ਹੁਣ ਬੱਚੇ ਤੋਂ ਕਿਵੇਂ ਸਿੱਖਦੇ ਆ? ਉਹਨਾਂ ਨੂੰ ਕਿਵੇਂ ਸਿਖਾਉਣੇ ਹੋ ਕਿ ਉਹਨਾਂ ਨੂੰ ਇਹ ਦੱਸਦੇ ਹੋ ਕਿ ਕੋਈ ਨੁਕਸ ਪੈ ਜੇ ਕਦੇ ਤਾਂ ਉਹ ਕਿਵੇਂ ਕੱਢਣ? ਹਨਾ ਬਿਲਕੁਲ ਜੀ, ਇੱਥੇ ਹਰ ਕਿਸਮ ਦਾ ਜੋ ਫਾਲਟ ਹੈ ਉਹ ਬਕਾਇਦਾ ਪਾ ਕੇ ਦਿਖਾਇਆ ਜਾਂਦਾ ਹੈ। ਉਹਨੂੰ ਡਿਟੈਕਟ ਕਰਨਾ ਸਿਖਾਇਆ ਜਾਂਦਾ ਵੀ ਕਿਵੇਂ ਉਹਨੂੰ ਟਰੇਸ ਕਰਨਾ ਹੈ ਤੇ ਕਿਵੇਂ ਉਹਨੂੰ ਸੌਰਟ ਆਊਟ ਕਰਨਾ ਹੈ, ਉਹ ਵੀ ਫਾਲਟ ਨਾਲ ਦਿਖਾਇਆ ਜਾਂਦਾ ਹੈ। ਇੱਥੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਵੀ ਸਾਰਾ ਸਾਡੇ ਕੋਲੇ ਲੋਡ ਚਲਾਉਣ ਦਾ ਅਰੇਂਜਮੈਂਟ ਇੱਥੇ ਹੈ। ਹਰ ਕਿਸਮ ਦਾ ਲੋਡ ਇਹਦੇ ਉੱਤੇ ਚਾਲੂ ਹੁੰਦਾ ਤੇ ਇਹਦੀ ਮੀਟਰਿੰਗ ਵੀ ਹੋ ਰਹੀ ਹੈ। ਇੱਥੇ ਜਦੋਂ ਅਸੀਂ ਫਾਲਟ ਪਾਉਂਦੇ ਹਾਂ ਤਾਂ ਅਸੀਂ ਇਹ ਵੀ ਦਿਖਾਉਂਦੇ ਹਾਂ ਵੀ ਸਾਡੇ ਲਾਈਨ 'ਚ ਉੱਪਰਲੀ ਦਾ ਅਗਰ ਲਾਈਨ ਦਾ ਫਾਲਟ ਹੈ ਤਾਂ ਹੇਠਲੀ ਲਾਈਨ 'ਤੇ ਕੀ ਇਫੈਕਟ ਹੋਏਗਾ, ਅਗਰ ਹੇਠਲੀ ਲਾਈਨ ਦਾ ਫਾਲਟ ਹੈ ਤਾਂ ਉੱਪਰਲੀ ਲਾਈਨ 'ਤੇ ਉਹਦੇ ਕੀ ਇਫੈਕਟ ਜਾਣਗੇ। ਇਹ ਬਹੁਤ ਹੀ ਅਹਿਮ ਲੈਬ ਹੈ ਕਿਉਂਕਿ ਸਾਡੇ ਰੋਜ਼ਾਨਾ ਜਿਹੜੇ ਘਰਾਂ ਦੇ ਵਿੱਚ ਇਨਸੀਡੈਂਟ ਹੁੰਦੇ ਨੇ ਵੀ ਕਦੇ ਕੋਈ ਸਮਾਨ ਮੱਚ ਗਿਆ, ਕਦੇ ਇਹ ਨਹੀਂ ਕਿ ਤੁਹਾਡੇ ਕੋਲ ਇੱਥੇ ਆਇਆ, ਮੈਂ ਤੁਹਾਨੂੰ ਇੱਕ ਬੜਾ ਇਮਾਨਦਾਰੀ ਵਾਲਾ ਸਵਾਲ ਪੁੱਛਦਾ। ਹਾਂਜੀ, ਕਿੰਨੀਆਂ ਕਲੈਬਸ ਇਹੋ ਜਿਹੀਆਂ ਹੈਗੀਆਂ ਤੁਹਾਨੂੰ ਲੱਗਦਾ ਪੰਜਾਬ 'ਚ ਜਿਨ੍ਹਾਂ ਕੋਲੇ? ਪੰਜਾਬ ਤੱਕ ਹੀ ਤੁਹਾਨੂੰ ਕਿਤੇ ਲਾਗੇ ਤੇ ਅੱਗੇ ਸਟੇਟਾਂ 'ਚ ਵੀ ਨਹੀਂ ਮਿਲੇਗੀ ਇਸ ਕਿਸਮ ਦੀ 11,000 kV ਲੈਬ ਦੇ ਵਿੱਚ ਘੱਟੋ ਘੱਟ ਕਿਸੇ ਕੋਲੇ ਨਹੀਂ। ਨਾ, ਐਵੇਂ 11,000 ਕੋਈ ਲੈ ਕੇ ਖੜਾ ਲੇ ਤਾਂ ਅਲੱਗ ਗੱਲ ਹੈ, ਇਹਨਾਂ ਸੈਟਅਪ ਦੀ ਜਿਹੜਾ ਉਹਨੂੰ ਸਹੀ ਵਰਕਿੰਗ 'ਚ ਦਿਖਾ ਦੇ। ਮੇਰਾ ਇਹ ਦਾਅਵਾ ਹੈ ਵੀ 11 kV ਤੋਂ ਲੈ ਕੇ ਜੋ ਸਾਡੀ ਹਾਊਸ ਵਾਇਰਿੰਗ ਦੇ ਵਿੱਚ 220 ਵੋਲਟ ਤੱਕ ਦੀ ਸਪਲਾਈ ਹੈ, ਇੱਥੇ ਹਰ ਕਿਸਮ ਦਾ ਫਾਲਟ ਅਸੀਂ ਲਾਈਵ ਹਾਲਤ 'ਚ ਦਿਖਾ ਦਿੰਦੇ ਹਾਂ। ਹੁਣ ਆਪਾਂ ਮੇਨ ਸਵਾਲ ਤੇ ਆਈਏ। ਹੁਣ ਮਤਲਬ ਆਪਾਂ ਦੱਸਤਾ ਵੀ ਬਿਜਲੀ ਨੂੰ ਲੈ ਕੇ ਤੁਸੀਂ ਕੀ ਕੁਝ ਕਰਦੇ ਹੋ। ਹਾਂਜੀ, ਬਿਜਲੀ ਨਾਲ ਪਿਆਰ ਕਿਉਂ ਆ? ਬਿਜਲੀ ਨਾਲ ਪਿਆਰ ਮੈਂ ਸਮਝਦਾ ਵੀ ਇੱਕ ਕਹਾਵਤ ਹੈ ਵੀ ਸਿੰਘਾਂ ਨਾਲ ਦੋਸਤੀ ਪੂੰਛ ਦਾ ਵੈਰ। ਹਾਂ, ਤੇ ਅਸੀਂ ਬਿਜਲੀ ਦੀਆਂ ਸਾਰੀਆਂ ਚੀਜ਼ਾਂ ਨੂੰ ਤਾਂ ਚਾਹੁੰਦੇ ਹਾਂ ਪਰ ਬਿਜਲੀ ਨੂੰ ਨਹੀਂ ਚਾਹੁੰਦੇ।
ਆਈ ਥਿੰਕ ਇਹ ਸਹੀ ਨਹੀਂ ਹੈ। ਜੇ ਕਿਸੇ ਨੂੰ ਕਿਤਾਬਾਂ ਨਾਲ ਪਿਆਰ ਆ ਉਹ ਕਿਤਾਬਾਂ ਨੂੰ ਗੱਲ ਲਾ ਲੂਗਾ, ਨੈਚੁਰਲੀ ਨਹੀਂ ਪੜੂਗਾ, ਤੁਹਾਨੂੰ ਪੜੂਗਾ ਜ਼ਰੂਰ। ਮੈਨੂੰ ਇਹਦੇ ਮਤਲਬ ਬਿਜਲੀ ਦੇ ਕੰਮ ਨਾਲ ਬਹੁਤ ਜ਼ਿਆਦਾ ਜਨੂਨ ਸੀ। ਮੈਂ ਚਾਹੁੰਦਾ ਸੀ ਵੀ ਇਹਨੂੰ ਵੱਧ ਤੋਂ ਵੱਧ ਸਮਝਿਆ ਜਾਏ। ਉਹ ਵੀ ਦੇਖਦੇ ਵੀ ਸੀ ਕਿਉਂ ਇੰਨੇ ਇਨਸੀਡੈਂਟ ਹੁੰਦੇ ਨੇ, ਜਦ ਕਿ ਇਸ ਲਾਈਨ ਤੋਂ ਬਿਨਾਂ ਸਾਡਾ ਅੱਜ ਗੁਜ਼ਾਰਾ ਨਹੀਂ ਹੈ। ਜਿਸ ਚੀਜ਼ ਤੋਂ ਬਿਨਾਂ ਗੁਜ਼ਾਰਾ ਹੀ ਨਹੀਂ ਤਾਂ ਫਿਰ ਕਿਉਂ ਨਾ ਉਹਦੇ ਬਾਰੇ ਚੰਗੀ ਤਰ੍ਹਾਂ ਸਟੱਡੀ ਹੋਣੀ ਕੀਤੀ। ਬਿਲਕੁਲ ਗੁਜ਼ਾਰਾ ਹੈ ਨਹੀਂ। ਤੇ ਜੋ ਮਤਲਬ ਆਏ ਦਿਨ ਕੋਈ ਨਾ ਕੋਈ ਦੁਰਘਟਨਾਵਾਂ ਰੋਜ਼ਾਨਾ ਹੁੰਦੀਆਂ ਨੇ, ਬੜਾ ਅਫਸੋਸ ਹੁੰਦਾ ਹੈ। ਉਸ ਤੋਂ ਬੜਾ ਅਫਸੋਸ ਤਾਂ ਇਹ ਹੁੰਦਾ ਜਿਹੜੇ ਸਾਡੇ ਚੰਗੇ ਚੰਗੇ ਇੰਜੀਨੀਅਰ ਨੇ ਉਹਨਾਂ ਨੂੰ ਗਲਤ ਫੋਰਮ ਦੇ ਵਿੱਚ ਐਕਸਪਲੇਨ ਕਰ ਦਿੰਦੇ ਨੇ ਵੀ ਇਹ ਹੋ ਗਿਆ ਹੋ ਜੀ, ਉਹ ਹੋ ਗਿਆ ਹੋ। ਤਾਂ ਫਿਰ ਉਹਨਾਂ ਵੱਲ ਹੀ ਦੇਖ ਕੇ ਸਾਨੂੰ ਆਪਦੀ ਸਟੱਡੀ ਕਰਨੀ ਪਈ ਵੀ ਐਟਲੀਸਟ ਇਹ ਸੱਚਾਈ ਵੀ ਹੈ ਜਾਂ ਇਹ ਲੋਕ ਇੱਕ ਸਿਰਫ ਫੇਕ ਹੀ ਸਾਨੂੰ ਮੂਰਖ ਬਣਾ ਰਹੇ ਨੇ ਪਬਲਿਕ ਨੂੰ। ਸੋ ਇਸ ਸਮੇਂ ਤੁਸੀਂ ਸਾਹਮਣੇ ਦੇਖੋਗੇ, ਤੁਹਾਨੂੰ ਕੈਮਰਾਮੈਨ ਥੋੜਾ ਜਿਹਾ ਕਰੀਬ ਆ ਕੇ ਤੇ ਅੱਗੇ ਜ਼ੂਮ ਕਰਕੇ ਦਿਖਾਉਣਗੇ ਕਿ ਇੱਕ ਬਲਬ ਜਗ ਰਿਹਾ ਹੈ। ਹਾਂਜੀ, ਉਹ ਬਲਬ ਉਸ ਤਰ੍ਹਾਂ ਦਾ ਬਲਬ ਹੈ ਜਿਹੜਾ ਪਹਿਲੀ ਵਾਰ ਜੀ ਕੁਛ ਕਹਿਣਾ ਜੇ ਦੁਨੀਆ ਤੇ ਸਭ ਤੋਂ ਪਹਿਲਾਂ ਜਿਹੜਾ ਬਲਬ ਬਣਿਆ ਇਹ ਉਸੇ ਬਲਬ ਦੀ ਕਾਪੀ ਹੈ ਜਿਹੜੀ ਕਿ ਮੈਂ ਫੋਰਨ ਤੋਂ ਮੰਗਵਾਈ ਹੈ, ਜੋ ਥਾਮਸ ਅਲਵਾ ਐਡੀਸਨ ਨੇ ਸਭ ਤੋਂ ਪਹਿਲਾਂ ਦੁਨੀਆ ਨੂੰ ਰੋਸ਼ਨੀ ਉਸ ਬਲਬ ਤੋਂ ਲੈ ਕੇ ਜੋ ਆਧੁਨਿਕ ਸਿਸਟਮ ਹੈ ਉਹ ਸਾਰੇ ਕਾਸੇ ਨੂੰ ਇਸ ਲੈਬ 'ਚ ਸਮੇਟਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਸ ਤੋਂ ਲੈ ਕੇ ਈਵਨ ਨਾਲ ਜੋ ਸਾਡੀਆਂ ਕੁਝ ਪੁਰਾਣੇ ਇਕਵਿਪਮੈਂਟਸ ਨੇ ਵੀ ਬਿਜਲੀ ਦਾ ਸਾਡੀ ਸਾਊਂਡ ਸਿਸਟਮ ਕਿਵੇਂ ਬਣਿਆ, ਵੀਡੀਓ ਕਿਵੇਂ ਬਣੀ, ਉਹ ਸਾਰੀਆਂ ਮਸ਼ੀਨਾਂ ਇੱਥੇ ਚਾਲੂ ਹਾਲਤ 'ਚ ਮੌਜੂਦ ਨੇ। ਉਸ ਤੋਂ ਬਾਅਦ ਅਸੀਂ ਰੋਬੋਟ ਟੈਕਨੋਲੋਜੀ ਤੇ ਗਿਆ, ਉਹ ਮਸ਼ੀਨ ਵੀ ਇੱਥੇ ਮੌਜੂਦ ਹੈ। ਸੋ ਆਪਾਂ ਇਸ ਤੋਂ ਬਾਅਦ ਹੁਣ ਇਸ ਥਾਂ ਦੇ ਜੋ ਗਰਾਊਂਡ ਫਲੋਰ ਹੈ ਉੱਥੇ ਜਾਂਦੇ ਹਾਂ। ਆਪਾਂ ਜ਼ਮੀਨੀ ਮੰਜ਼ਿਲ ਤੇ ਪਹੁੰਚ ਕੇ ਦੇਖਦੇ ਹਾਂ ਕਿ ਉੱਥੇ ਜੋ ਵਿਦਿਆਰਥੀ ਇੱਥੋਂ ਸਿੱਖਦੇ ਆ ਉਹਦਾ ਕੀ ਕਰ ਰਹੇ ਆ। ਸੋ ਵੇਲਾ ਛੋਟੇ ਬ੍ਰੇਕ ਦਾ, ਦੇਖਦੇ ਰਹੋ ਟੀਵੀ ਪੰਜਾਬ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਇਸ ਸਮੇਂ ਅਸੀਂ ਜ਼ਮੀਨੀ ਮੰਜ਼ਿਲ ਤੇ ਆ ਚੁੱਕੇ ਹਾਂ ਤੇ ਤੁਸੀਂ ਦੇਖ ਸਕਦੇ ਹੋ ਕਿ ਜੋ ਵਿਦਿਆਰਥੀ, ਜੋ ਲੜਕੀਆਂ ਉੱਪਰ ਸਿੱਖਦੀਆਂ ਨੇ ਉਹ ਕਿਸ ਤਰ੍ਹਾਂ ਇੱਥੇ ਆ ਕੇ ਕੰਮ ਵੀ ਕਰਦੀਆਂ। ਆਪਾਂ ਕੁਝ ਵਿਦਿਆਰਥੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਕੀ ਨਾਮ ਹੈ ਤੁਹਾਡਾ? ਜੋਤੀ ਸੈਣੀ। ਜੋਤੀ ਸੈਣੀ, ਇਹ ਕੀ ਕਰ ਰਹੇ ਹੋ? ਅਸੀਂ ਜੀ ਇਹ ਪੀਸ ਕਟਿੰਗ ਕਰ ਰਹੇ ਹਾਂ। ਸਾਨੂੰ ਕੋਨੀਆਂ ਲਈ ਪੀਸ ਚਾਹੀਦੇ ਨੇ ਪੈਨਲ 'ਚ ਲਗਾਉਣ ਲਈ। ਅੱਛਾ, ਉਹ ਕਟਿੰਗ ਕਰ ਰਹੇ ਹਾਂ ਅਸੀਂ। ਕਿੰਨੇ ਸਾਲ ਹੋ ਗਏ ਤੁਹਾਨੂੰ ਕੰਮ ਸਿੱਖਦਿਆਂ ਨੂੰ? ਸਰ ਇੱਥੇ 4 ਸਾਲ ਹੋ ਗਏ। 4 ਸਾਲ ਹੋ ਗਏ? ਹਾਂਜੀ। ਅਜੇ ਤੱਕ ਸਿੱਖਿਆ ਹੀ ਨਹੀਂ? ਸਿੱਖ ਵੀ ਗਏ, ਹਜੇ ਕਰ ਵੀ ਰਹੇ ਹਾਂ, ਸਿੱਖ ਵੀ ਰਹੇ ਹਾਂ। ਹਜੇ ਤਾਂ ਬਹੁਤ ਕੁਝ ਸਿੱਖਣ ਵਾਲਾ ਪਿਆ। ਹਾਂ, ਨਹੀਂ ਸਿੱਖਣਾ ਤਾਂ ਕਦੇ ਵੀ ਨਹੀਂ, ਪਰ ਕਿਹੜੇ ਕੰਮ ਆ ਜਿਹੜੇ ਤੁਸੀਂ ਕਰ ਚੁੱਕੇ ਹੋ? ਆਪਾਂ ਥੋੜਾ ਇੱਧਰ ਨੂੰ, ਠੀਕ ਹੈ, ਮੈਂ ਤੁਹਾਡੇ ਕੰਮ 'ਚ ਰੁਕਾਵਟ ਪਾ ਰਿਹਾ ਪਰ ਕਿਉਂਕਿ ਉਹ ਦਿਖਾਉਣਾ ਜ਼ਰੂਰੀ ਆ, ਹੈ ਨਾ? ਤੇ ਕਿਹੜੇ ਕੰਮ ਆ ਜਿਹੜੇ ਤੁਸੀਂ ਇੱਥੇ ਸਿੱਖ ਲਏ ਆ ਜਿਹੜੇ ਤੁਹਾਨੂੰ ਲੱਗਦਾ ਕਿ ਬਹੁਤ ਵਧੀਆ? ਸਰ ਇੱਥੇ CNC ਆਪਰੇਟ ਕਰਨੀ, ਕਟਿੰਗ ਕਰਨੀ, ਬੈਂਡਿੰਗ ਕਰਨੀ, ਤੇ ਆਪਣੇ ਇੱਧਰ ਬਸਵਾਰ ਦਾ ਕੰਮ ਹੈ ਜਿਹੜਾ ਵੀ ਉਹਨਾਂ ਦੀ ਕਟਿੰਗ, ਬੈਂਡਿੰਗ, ਉਹਨਾਂ ਦੀ ਫਿਟਿੰਗ ਕਰਨੀ, ਪੈਨਲ 'ਤੇ ਉਹਨਾਂ ਦੀ ਐਡਜਸਟਮੈਂਟ ਕਰਨੀ ਵੀ ਕਿੱਥੇ ਕਿਹੜੀ ਚੀਜ਼ ਕਿੰਨੇ ਦੀ ਚਾਹੀਦੀ ਆ। ਮਤਲਬ ਇਹ ਸਾਰੇ ਕੰਮ ਅਸੀਂ ਸਿੱਖ ਗਏ ਤੇ ਹਜੇ ਕਰ ਵੀ ਰਹੇ ਹਾਂ। ਤੇ ਜਿਹੜੇ ਸਾਡੇ ਨਾਲ ਦੇ ਨੇ ਅਸੀਂ ਉਹਨਾਂ ਨੂੰ ਵੀ ਗਾਈਡ ਕਰਦੇ ਹਾਂ ਵੀ ਕਿਹੜਾ ਕੰਮ ਕਿੱਦਾਂ ਕਰਨਾ ਐਵੇਂ। ਸੋ ਬਹੁਤ ਵਧੀਆ। ਜੇਕਰ ਕੋਈ ਉਹਨਾਂ ਮਸ਼ੀਨਾਂ ਦੇ ਉੱਤੇ ਜਿਨ੍ਹਾਂ ਤੇ ਸ਼ਾਇਦ ਮਰਦ ਆਪਦਾ ਇੱਕ ਅਧਿਕਾਰੀ ਸਮਝਦੇ ਆ ਵੀ ਉਹਨਾਂ ਨੂੰ ਉਹੀ ਚਲਾ ਸਕਦੇ ਆ, ਬਹੁਤ ਥਾਵਾਂ ਤੇ ਅਸੀਂ ਲੋਕਾਂ ਦੇ ਮਨ 'ਚ ਇਹੋ ਜਿਹੇ ਭੁਲੇਖੇ ਦੇਖਦੇ ਹਾਂ। ਸੋ ਉਹਨਾਂ 'ਚੋਂ ਨਿਕਲ ਰਹੇ ਆ ਤਾਂ ਚੰਗੀ ਗੱਲ ਆ। ਆਪਾਂ ਬਿਲਕੁਲ ਦੂਸਰੇ ਪਾਸੇ ਵੀ ਇੱਕ ਥੋੜ੍ਹੀ ਚੀਜ਼ ਰਹਿ ਗਈ ਸੀ, ਮੈਨੂੰ ਸਾਥੀਆਂ ਨੇ ਯਾਦ ਕਰਾਇਆ ਕਿ ਇਹ ਵੀ ਇੱਕ ਮਸ਼ੀਨ ਆ ਤੇ ਇੱਥੇ ਵੀ ਲੜਕੀਆਂ ਆਪਰੇਟ ਕਰ ਰਹੀਆਂ ਨਵੇਂ ਢੰਗਾਂ ਦੇ ਨਾਲ। ਤੇ ਆਪਾਂ ਪਰ ਅੱਗੇ ਚੱਲਦੇ ਹਾਂ, ਜਿੱਥੇ ਪ੍ਰੋਡਕਸ਼ਨ ਲਾਈਨ ਹੈ ਜਿਹੜੀ ਉਹ ਹੋਰ ਜ਼ਿਆਦਾ ਮਜ਼ਬੂਤ ਹੁੰਦੀ ਆ, ਉੱਥੇ ਚੱਲ ਕੇ ਦੇਖਦੇ ਹਾਂ ਕਿ ਕੀ ਕੁਛ ਹੋ ਰਿਹਾ ਉੱਥੇ, ਕਿਵੇਂ ਸਾਰੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਵਿਦਿਆਰਥੀ ਸਿੱਖਦੇ ਆ ਪ੍ਰੈਕਟੀਕਲ ਉੱਥੇ ਸਿੱਖ ਤਾਂ ਲੈਂਦੇ ਆ, ਪਰ ਆਖਿਰ ਜ਼ਿੰਦਗੀ ਦੇ ਵਿੱਚ ਜਦੋਂ ਉਤਾਰਨੀਆਂ ਪੈਣਗੀਆਂ ਤਾਂ ਉਹ ਕਿਵੇਂ ਉਤਾਰਦੇ ਆ। ਮੈਂ ਤੁਹਾਡੇ ਨਾਲ ਗੱਲ ਜਿਵੇਂ ਕਰ ਰਿਹਾ ਤੇ ਕੁਝ ਦੱਸਣਾ ਚਾਹੁੰਦੇ ਆ। ਕੀ ਦੱਸਣਾ ਚਾਹੁੰਦੇ ਜੈ ਸਿੰਘ ਜੀ? ਇੱਥੇ ਇੱਕ ਬੜੀ ਯੂਨੀਕ ਚੀਜ਼ ਤੁਹਾਡੇ ਸਾਰਿਆਂ ਦੇ ਦੇਖਣ ਵਾਲੀ ਹੈ। ਇਹ ਜੋ ਪਿੱਛੇ ਸਾਡੀ ਇੱਕ ਲੜਕੀ ਕੰਮ ਕਰ ਰਹੀ ਹੈ, ਇਹ ਗੂੰਗੀ ਬੋਲੀ ਹੈ ਜਨਮ ਤੋਂ ਹੀ। ਨਾ ਸੁਣ ਸਕਦੇ ਆ, ਨਾ ਇਹ ਸੁਣ ਸਕਦੇ ਆ, ਨਾ ਬੋਲ ਸਕਦੇ ਆ। ਔਰ ਇਹ ਕੁੜੀ ਸਾਡੀ ਇੰਨੀ ਇੰਟੈਲੀਜੈਂਟ ਹੈ, 1.5 ਮਹੀਨੇ 'ਚ ਇਹਨਾਂ ਨੇ ਇੰਨਾ ਕੁ ਕੰਮ ਸਿੱਖਿਆ ਜਿਹੜਾ ਕਿ ਨਾਰਮਲ ਬੱਚੇ 6 ਮਹੀਨੇ 'ਚ ਵੀ ਕੰਮ ਨਹੀਂ ਸਿੱਖ ਸਕਦੇ। ਇਹ ਸਾਡੇ ਕੋਲੇ 2 ਲੜਕੀਆਂ ਨੇ ਤੇ 6 ਲੜਕੇ ਨੇ ਜਿਹੜੇ ਸੁਣ ਬੋਲ ਨਹੀਂ ਸਕਦੇ ਤੇ ਬਹੁਤ ਹੀ ਜ਼ਿਆਦਾ ਇੰਟੈਲੀਜੈਂਟ, ਕਹਿ ਲਿਆ ਜਾਵੇ ਵੀ ਸੁਪਰ ਇੰਟੈਲੀਜੈਂਟ ਕੈਟਾਗਰੀ ਦੇ ਬੱਚੇ ਨੇ। ਔਰ ਵੈਸੇ ਇਹ ਬੱਚੀ 6ਵੀਂ ਕਲਾਸ ਦੀ ਵਿਦਿਆਰਥੀ ਨੇ। ਇਹਨਾਂ ਨੂੰ ਦੇਖ ਕੇ ਲੱਗਦਾ ਨਾ ਵੀ ਜਿਹੜਾ ਸ਼ਬਦ ਵਰਤਦੇ ਆ ਸਪੈਸ਼ਲ ਚਾਈਲਡ। ਹਾਂਜੀ, ਔਰ ਤੁਸੀਂ ਇਹਨਾਂ ਦੀ ਨਿਸ਼ਾਨੀ ਦੇਖ ਸਕਦੇ ਹੋ, ਇਹਨਾਂ ਦੇ ਗਲਾਂ ਦੇ ਵਿੱਚ ਵਿਸਲਾਂ ਨੇ। ਕਿਉਂਕਿ ਜਦੋਂ ਇਹਨਾਂ ਨੂੰ ਕਿਸੇ ਕਿਸਮ ਦੀ ਐਮਰਜੈਂਸੀ ਹੁੰਦੀ ਹੈ, ਕੋਈ ਜ਼ਰੂਰਤ ਪੈਂਦੀ ਹੈ, ਸਾਡੀ ਜ਼ਰੂਰਤ ਮਹਿਸੂਸ ਬੱਚੇ ਕਰਦੇ ਨੇ,
ਤਾਂ ਇਹ ਆਪਣੇ ਵਿਸਲ ਵਜਾ ਦਿੰਦੇ ਨੇ ਕਿਉਂਕਿ ਆਵਾਜ਼ ਨਹੀਂ ਮਾਰ ਸਕਦੇ। ਇਹ ਕੀ ਇਸ ਸਮੇਂ ਬਿਲਡ ਕੀ ਕਰ ਰਹੇ ਆ, ਕੀ ਤਿਆਰ ਕਰ ਰਹੇ ਆ ਇਹ ਸਰ ਇਸ ਟਾਈਮ ਇਹਨੂੰ ਇਲੈਕਟ੍ਰੀਕਲ ਕੰਟਰੋਲ ਪੈਨਲ ਬੋਲਦੇ ਆ ਜਾਂ ਸਿੱਧੇ ਤੌਰ ਤੇ ਕਹਿ ਲਈਏ ਵੀ ਬਿਜਲੀ ਦਾ ਕੰਟਰੋਲ ਰੂਮ ਪੂਰਾ। ਇਹ ਪੂਰੀਆਂ ਵੱਡੀਆਂ ਫੈਕਟਰੀਆਂ ਵੱਡੀਆਂ 'ਚ ਲੱਗਦਾ। ਓਕੇ। ਤੇ ਅਸੀਂ ਉਹਨਾਂ ਵਾਸਤੇ ਫੈਕਟਰੀਆਂ ਵਾਸਤੇ ਇਹ ਤਿਆਰ ਕਰਦੇ ਆ ਤੇ ਜਿਹੜੇ ਬੱਚੇ ਸਾਡੇ ਟ੍ਰੇਨੀ ਨੇ ਔਰ ਬਕਾਇਦਾ ਅਸੀਂ ਇਹਨਾਂ ਨੂੰ ਹੀ ਇਹਦੇ ਉੱਤੇ ਕੰਮ ਸਿਖਾਉਂਦੇ ਆ। ਇਹ ਕੀ ਕਰ ਰਹੇ ਆ ਇਸ ਇਹ ਸਮੇਂ? ਬੱਚੀ ਵੀ ਤੁਸੀਂ ਦੇਖ ਸਕਦੇ ਹੋ, ਇਹ ਵੀ ਸਾਡੀ ਇਹ ਦੂਸਰੀ ਬੱਚੀ ਹੈ, ਵੀ ਗੂੰਗੀ ਬੋਲੀ ਬੱਚੀ ਹੈ, ਇਹ ਵੀ ਸੁਣ ਨਹੀਂ ਸਕਦੀ ਪਰ ਕਿੰਨੀ ਸ਼ਿੱਦਤ ਨਾਲ ਇਹ ਕੰਮ 'ਚ ਜੁਟੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਨਾ ਬੜੇ। ਅੱਛਾ, ਇਹ ਸਾਰਾ ਮਤਲਬ ਤੁਸੀਂ ਅੱਗੇ ਫਿਰ ਇੱਥੋਂ ਹਾਂਜੀ ਇਹਨੂੰ ਔਰ ਬੱਚਾ ਇਹ ਪਿੱਛੇ ਵੀ ਜਿਹੜੇ ਲੜਕੇ ਨੇ ਮੈਂ ਤੁਹਾਨੂੰ ਇਹਨਾਂ ਨੂੰ ਵਾਸਤੇ ਸਪੈਸ਼ਲੀ ਦਿਖਾਉਣਾ ਚਾਹੂੰਗਾ। ਤੇ ਇੱਕ ਮਿੰਟ ਬੱਚੇ ਨੂੰ ਨੌਕ ਕਰੀ ਕਿਉਂਕਿ ਇਹਨਾਂ ਨੂੰ ਆਵਾਜ਼ ਤਾਂ ਸੁਣੇਗੀ ਨਹੀਂ। ਲਗਾਤਾਰ ਕੰਮ ਕਰ ਰਹੇ ਆ ਇੱਥੇ ਤੁਸੀਂ ਦੇਖ ਸਕਦੇ ਹੋ ਜਿਹੜੇ ਨੌਜਵਾਨ। ਇਹ ਬੱਚੇ ਵੀ ਸੁਣ ਬੋਲ ਨਹੀਂ ਸਕਦੇ। ਹਾਂ। ਜਿਹੜਾ ਕਿ ਅੱਜ ਤੱਕ ਇਹ ਸਮਝਿਆ ਜਾਂਦਾ ਵੀ ਇਹ ਬੱਚੇ ਦਾ ਸਿਰਫ ਲੇਬਰ ਕਲਾਸ ਹੀ ਕੰਮ ਆਉਂਦੇ ਨੇ, ਕੋਈ ਪੈਕਿੰਗ 'ਚ ਜਾਂ ਕੁਝ ਇਸ ਤਰ੍ਹਾਂ ਦੇ ਕੰਮਾਂ 'ਚ। ਪਰ ਮੈਂ ਮਹਿਸੂਸ ਕਰਦਾ ਵੀ ਸਾਡੇ ਇਹ ਬੱਚੇ ਕਿਸੇ ਚੰਗੇ ਇੰਜੀਨੀਅਰਾਂ ਨੂੰ ਵੀ ਆਪਦੇ ਟਾਈਮ ਨਾਲ ਮਾਤ ਪਾਉਣਗੇ। ਮੈਂ ਹੁਣ ਇੱਕ ਆਪ ਥੋੜੀਆਂ ਜਿਹਾ ਠੀਕ ਹੈ ਕਿਉਂਕਿ ਪ੍ਰੋਗਰਾਮ ਨੂੰ ਆਪਾਂ ਐਂਡ ਵੀ ਕਰਨਾ। ਹਾਂਜੀ ਆਪਾਂ ਗੱਲ ਐਜੂਕੇਸ਼ਨ ਦੀ ਕਰਦੇ ਹਾਂ। ਹਾਂਜੀ। ਕੀ ਘਾਟ ਲੱਗਦੀ ਹੈ ਜੈ ਸਿੰਘ ਨੂੰ ਐਜੂਕੇਸ਼ਨ ਦੇ ਵਿੱਚ ਵੀ ਯਾਰ ਆਹ ਚੀਜ਼ ਤਾਂ ਹੋਣੀ ਚਾਹੀਦੀ ਸੀ? ਐਜੂਕੇਸ਼ਨ ਸਿਸਟਮ ਦੇ ਵਿੱਚੋਂ ਸਾਡਾ ਜੋ ਪ੍ਰੈਕਟੀਕਲ ਹੈ ਉਹ ਤਾਂ ਟੋਟਲੀ ਗਾਇਬ ਹੋ ਚੁੱਕਿਆ। ਹਾਂ। ਨੰਬਰ 2 ਤੇ ਸਭ ਤੋਂ ਵੱਡਾ ਜੋ ਮੈਂ ਮਹਿਸੂਸ ਨੁਕਸ ਕਰ ਰਿਹਾ ਉਹ ਇਹ ਹੈ ਵੀ ਜੋ ਸਾਡੀ ਪੜ੍ਹਾਈ ਹੈ ਉਹ ਸਮੇਂ ਦੇ ਹਾਣ ਦੀ ਨਹੀਂ ਰਹੀ। ਅੱਜ ਸਾਡੇ ਕਾਲਜਾਂ ਦੇ ਵਿੱਚ ITI ਦੇ ਵਿੱਚ ਉਹ ਕੁਝ ਪੜ੍ਹਾਇਆ ਜਾ ਰਿਹਾ ਜਿਨ੍ਹਾਂ ਨੂੰ ਕਿ ਬੰਦ ਹੋਏ ਨੂੰ ਵੀ 50-50 ਸਾਲ ਹੋ ਚੁੱਕੇ ਨੇ। ਜੋ ਸਾਡੇ ਨਵੇਂ ਯੁੱਗ ਦੀ ਪੜ੍ਹਾਈ ਹੈ ਉਹ ਸਾਡੀ ਕਿਤੇ ਹੈ ਹੀ ਨਹੀਂ। ਬਿਜਲੀ ਨਾਲ ਸਾਡਾ ਰੋਜ਼ ਦਾ ਵਾਹ ਹੈ, ਸਾਡੀ ਸਭ ਤੋਂ ਵੱਡੀ ਜ਼ਰੂਰਤ ਹੈ ਜ਼ਿੰਦਗੀ ਦੀ, ਤੇ ਇਹਦੀ ਪੜ੍ਹਾਈ ਦਾ ਹੀ ਬਿਲਕੁਲ ਬੇੜਾ ਕਰਕੇ ਹੋਇਆ ਇਸ ਟਾਈਮ। ਇਹਦਾ ਕਿਉਂਕਿ ਪ੍ਰੈਕਟੀਕਲ ਕਿਤੇ ਉਪਲਬਧ ਨਹੀਂ ਹੈ, ਬਿਨਾਂ ਪ੍ਰੈਕਟੀਕਲ ਤੋਂ ਲਾਈਨ ਪੋਸੀਬਲ ਨਹੀਂ ਹੈ ਕਿਉਂਕਿ ਇਹ ਕੋਈ ਕੰਪਿਊਟਰ ਨਹੀਂ ਹੈ ਵੀ ਤੁਸੀਂ ਕੋਈ ਗਲਤੀ ਕਰਤੀ ਤਾਂ ਉਹਨੂੰ ਦੁਬਾਰਾ ਵਾਪਸ ਕਰ ਲਓਗੇ। ਇੱਥੇ ਜੋ ਕੁਝ ਹੋ ਗਿਆ ਤਾਂ ਗਿਆ। ਪਰ ਜੋ ਤੁਹਾਡਾ ਹੁਣ ਪ੍ਰੋਜੈਕਟ ਆ ਚੱਲ ਰਿਹਾ ਇਹ 'ਚ ਵਿਦਿਆਰਥੀ ਇਹ ਤਾਂ ਸੀਮਤ ਆ। ਹਾਂਜੀ। ਤੁਹਾਨੂੰ ਨਹੀਂ ਲੱਗਦਾ ਇਹ ਚੀਜ਼ ਸਾਨੂੰ ਵੱਧ ਲੈ ਕੇ ਜਾਣੀ ਚਾਹੀਦੀ ਹੈ? ਸਰਕਾਰਾਂ ਨੂੰ ਵੀ ਕੋਈ ਕੋਸ਼ਿਸ਼ ਇਹਦੇ ਵੱਲੋਂ ਕਰਨੀ ਚਾਹੀਦੀ ਹੈ? ਇਸ ਬਾਰੇ ਮੈਂ ਕੀ ਕਮੈਂਟ ਕਰ ਸਕਦਾ ਜੀ। ਸਰਕਾਰਾਂ ਨੂੰ ਕਰਨਾ ਤਾਂ ਬਹੁਤ ਕੁਝ ਚਾਹੀਦਾ ਹੈ। ਸਰਕਾਰਾਂ ਕਰਨੀਆਂ ਚਾਹੁੰਦੀਆਂ ਤਾਂ ਇਹ ਨੌਬਤ ਆਉਂਦੀ ਹੀ ਨਾ ਜੋ ਅੱਜ ਇਹ ਨੌਬਤ ਆ ਚੁੱਕੀ ਹੈ ਵੀ ਸਾਨੂੰ ਕੋਈ ਕਾਰੀਗਰ ਹੀ ਨਹੀਂ ਮਿਲਣ ਚਾ ਰਿਹਾ, ਸਾਨੂੰ ਕੋਈ ਟ੍ਰੇਨਰ ਹੀ ਨਹੀਂ ਮਿਲ ਪਾ ਰਿਹਾ। ਇਹ ਜੇ ਬੱਚੇ ਮੈਂ ਤਿਆਰ ਕਰਦੇ ਹਾਂ ਖਾਸ ਤੌਰ ਤੇ ਕੁੜੀਆਂ, ਇਹਨਾਂ ਨੂੰ ਅਸੀਂ ਟ੍ਰੇਨਰ ਦੀ ਫਾਰਮ 'ਚ ਤਿਆਰ ਕਰ ਰਹੇ ਹਾਂ ਨਾ ਕਿ ਵਰਕਰ, ਤਾਂ ਕਿ ਇਹ ਬੱਚੇ ਅੱਗੇ ਜਾ ਕੇ ਹੋਰ ਬੱਚਿਆਂ ਨੂੰ ਸਿਖਾ ਸਕਣ। ਸੋ ਤਾਂ ਹੀ ਹੁਣ ਮੈਨੂੰ ਉਹ ਗੱਲ ਸਮਝ ਆਈ ਨਾ ਵੀ ਉਹ ਲੜਕੀ ਜਿਹੜੀ 4 ਸਾਲ ਤੋਂ ਇੱਥੇ ਆ। ਹਾਂ, ਉਹ 4 ਸਾਲ ਤੋਂ ਇੱਥੇ ਹੈ। ਸਾਡੇ ਕੋਲੇ 5 ਤੋਂ 6 ਕੁੜੀਆਂ ਨੇ। ਉਹ ਪਹਿਲਾਂ ਜਿਹੜੀ ਉਹ ਜੌਬ ਸਿੱਖਦੀ ਹੈ ਫਿਰ ਅੱਗੇ ਸਿਖਾਉਣਾ ਸ਼ੁਰੂ ਕਰ ਦਿੰਦੀ ਹੈ। ਅਸੀਂ ਇਹ ਬੱਚਿਆਂ ਨੂੰ ਉਹ ਟ੍ਰੇਨਰਾਂ ਦੇ ਰੂਪ 'ਚ ਲੈ ਕੇ ਜਾਣਾ ਚਾਹਾਂਗੇ ਵੀ ਜਿਹੜੇ ਕਦੇ ਇਹ ਮਾਰਨਗੇ। ਮੈਂ 5 ਜਾਂ 10 ਬੱਚਿਆਂ ਨੂੰ ਸਿਖਾਉਣ ਦੀ ਕੈਪੈਸਿਟੀ ਰੱਖਦਾ, ਪਰ ਜੇ ਸਾਡੇ 10 ਬੱਚੇ ਸਿੱਖ ਗਏ ਤਾਂ ਆਈ ਥਿੰਕ ਉਹ 50 ਨੂੰ ਜਾਂ 100 ਨੂੰ ਸਿਖਾਉਣਗੇ, ਤੇ 100 ਸਿੱਖ ਗਿਆ ਤਾਂ 500 ਨੂੰ ਸਿਖਾਉਣਗੇ। ਅਸੀਂ ਇੱਕ ਬੂਟਾ ਲਾਉਣ ਦੀ ਕੋਸ਼ਿਸ਼ 'ਚ ਹਾਂ ਵੀ ਇਸ ਜਿਹੜਾ ਗਿਆਨ ਇਹਨੂੰ ਅੱਗੇ ਤੋਂ ਅੱਗੇ ਵੰਡਿਆ ਜਾ ਸਕੇ। ਸੋ ਅੱਜ ਦਾ ਇਹ ਪ੍ਰੋਗਰਾਮ ਕਰਨ ਦਾ ਮਕਸਦ ਇਹੀ ਸੀ ਕਿ ਦਿਖਾ ਸਕਗੇ ਕਿ ਕੋਈ ਬਿਜਲੀ ਨੂੰ ਪਹਿਲੀ ਗੱਲ ਤਾਂ ਪਿਆਰ ਕਿਉਂ ਕਰਦਾ ਔਰ ਪ੍ਰੈਕਟੀਕਲ ਚੀਜ਼ਾਂ ਜਿਹੜੀਆਂ ਜੇ ਸਹੀ ਢੰਗ ਦੇ ਨਾਲ ਅਸੀਂ ਨੌਜਵਾਨਾਂ ਨੂੰ ਅਸੀਂ ਵਿਦਿਆਰਥੀਆਂ ਨੂੰ ਸਿਖਾਈਏ ਤਾਂ ਉਹਦਾ ਕਿੰਨਾ ਜ਼ਿਆਦਾ ਚੰਗਾ ਅਸਰ ਸੁਸਾਇਟੀ ਦੇ ਉੱਤੇ ਹੋ ਸਕਦਾ। ਕੈਮਰਾਮੈਨ ਪ੍ਰਦੀਪ ਸ਼ਰਮਾ ਦੇ ਨਾਲ ਨਵਰੀਤ ਸਿਵੀਆ, TV ਪੰਜਾਬ, ਧੂਰੀ।